ਇਸ ਲਈ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਵੀ ਕਿਸੇ ਨਿਰੇ ਬੋਲਾਂ ਦੇ ਨਾਲ, ਕਥਨੀ ਦੇ ਨਾਲ ਰੱਬ ਤੱਕ ਨਹੀਂ ਪਹੁੰਚਿਆ ਜਾ ਸਕਦਾ। ਕਥਨੀ ਦੇ ਨਾਲ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਕਰਨੀ ਜ਼ਰੂਰਤ ਹੈ, ਕਰਨੀ ਦੀ ਬਹੁਤ ਵੱਡੀ ਲੋੜ ਹੈ। ਜਹ ਕਰਨੀ ਤਹ ਪੂਰੀ ਮਤ, ਕਰਨੀ ਬਾਝੋਂ ਘਟੇ ਘਟ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਯਾਨੀ ਕਥਨੀ ਦੇ ਨਾਲ ਨਹੀਂ ਪਾਇਆ ਜਾ ਸਕਦਾ। ਕਥਨੀ ਕਹਿ ਭਰਮ ਨਾ ਜਾਈ, ਅਮਲ ਕਰਨਾ ਹੈ। ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਬਾਨੀ ਦਾ ਮਤਲਬ ਵਾਸ਼ਨਾ ਤੋਂ ਰਹਿਤ। ਅਗੰਮ ਅਗੋਚਰ, ਜਿਸ ਤੱਕ ਸਰੀਰਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਨਿਰਬਾਨੀ ਦਾ ਮਤਲਬ ਵਾਸ਼ਨਾ ਤੋਂ ਰਹਿਤ, ਨਿਰਲੇਪ। ਤਾਂ ਪ੍ਰਭੂ ਪਹੁੰਚ ਤੋਂ ਪਰੇ ਹੈ। ਅਗੰਮ ਦਾ ਮਤਲਬ ਪਹੁੰਚ, ਸਾਡੀ ਪਹੁੰਚ ਤੋਂ ਪਰੇ ਹੈ। ਇਹਦੇ ਦੋ ਰੂਪ ਨੇ ਪਹੁੰਚ ਤੋਂ ਪਰੇ ਦੇ। ਇੱਕ ਤੇ ਇਹ ਹੈ ਕਿ ਉਹ ਸਰਬ ਵਿਆਪਕ ਹੈ। ਮੇਰੇ ਅੰਦਰ, ਤੁਹਾਡੇ ਸਾਰਿਆਂ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸੱਚਾਈ ਵੀ, ਦਇਆ ਵੀ, ਇਹ ਮੌਜੂਦ ਨੇ, ਇੱਕ ਸੱਚਾਈ ਹੈ। ਪਰ ਮੇਰੇ ਤੋਂ ਅਗੰਮ ਨੇ, ਅਪਹੁੰਚ ਨੇ, ਕਿਉਂਕਿ ਮੈਂ ਉਹਨਾਂ ਦੀ ਯੂਜ਼ ਨਹੀਂ ਕਰ ਰਿਹਾ ਉਹਨਾਂ ਗੁਣਾਂ ਦਾ। ਸੱਚ ਮੇਰੇ ਅੰਦਰ ਹੈ, ਪਰ ਮੈਂ ਉਹਦੀ ਵਰਤੋਂ ਨਹੀਂ ਕਰ ਰਿਹਾ। ਵਰਤੋਂ ਮੈਂ ਝੂਠ ਦੀ ਕਰ ਰਿਹਾ, ਤਾਂ ਮੇਰੇ ਤੋਂ ਅਪਹੁੰਚ ਹੀ ਹੋਇਆ ਨਾ। ਇੱਕ ਤਾਂ ਐਵੇਂ ਹੈ, ਤੇ ਦੂਜਾ ਇਹ ਹੈ ਕਿ ਸਾਡੇ ਪਹੁੰਚ ਤੋਂ, ਯਾਨੀ ਸਾਡੇ ਗਿਣਤੀ ਮਿਣਤੀ ਤੋਂ ਪਰੇ ਨੇ, ਵੀ ਕਿੰਨੇ ਕੁ ਰੱਬ ਦੇ ਗੁਣ ਨੇ, ਇਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਤਾਂ ਪ੍ਰਭੂ ਸਾਡੀ ਪਹੁੰਚ ਤੋਂ ਪਰੇ ਹੈ। ਤੇ ਦੂਜਾ ਹੈ, ਉਹ ਵਾਸ਼ਨਾ ਤੋਂ ਰਹਿਤ ਹੈ, ਉਹਨੂੰ ਕੋਈ ਵਾਸ਼ਨਾ ਨਹੀਂ ਹੈ। ਇਹਦਾ ਮਤਲਬ ਸਰੀਰਕ ਇੰਦਰੀਆਂ ਦੀ ਵੀ ਉਹਦੇ ਤੱਕ ਪਹੁੰਚ ਨਹੀਂ ਹੈ। ਵਾਸ਼ਨਾ ਤੋਂ ਰਹਿਤ ਹੈ, ਅਗੰਮ ਹੈ, ਅਗੋਚਰ ਹੈ। ਨਿਰਾਹਾਰ, ਨਿਰਵੈਰ, ਸੁਖਦਾਈ। ਨਿਰਾਹਾਰ ਤੇ ਥੋੜਾ ਜਿਹਾ ਰੁਕਾਂਗੇ। ਨਿਰਾਹਾਰ, ਨਿਰਵੈਰ, ਸੁਖਦਾਈ, ਇਹ ਤਿੰਨ ਗੁਣ ਦੱਸੇ ਨੇ। ਨਿਰਾਹਾਰ ਦਾ ਮਤਲਬ ਆਹਾਰ ਤੋਂ ਬਿਨਾਂ, ਖੁਰਾਕ ਤੋਂ ਬਿਨਾਂ, ਜਿਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ। ਜਿਵੇਂ ਹੁਣ ਅਸੀਂ ਆ, ਸਾਨੂੰ ਜ਼ਿੰਦਗੀ ਜੀਣ ਵਾਸਤੇ, ਜਿੰਦਾ ਰਹਿਣ ਲਈ ਖੁਰਾਕ ਦੀ ਲੋੜ ਹੈ ਨਾ। ਸਵੇਰੇ ਸਾਨੂੰ ਨਾਸ਼ਤਾ ਚਾਹੀਦਾ ਹੈ, ਦੁਪਹਿਰ ਦਾ ਭੋਜਨ ਚਾਹੀਦਾ ਹੈ, ਸ਼ਾਮ ਦਾ ਜਿਵੇਂ ਵੀ ਕਿਸੇ ਨੇ ਆਪਣਾ ਰੁਟੀਨ ਬਣਾਇਆ ਹੈ। ਯਾਨੀ ਖਾਣ ਵਾਸਤੇ ਸਾਨੂੰ ਕੁਛ ਨਾ ਕੁਛ ਚਾਹੀਦਾ ਹੈ। ਜਿਵੇਂ ਜਿਵੇਂ ਵੀ ਕਿਸੇ ਦੀ ਖੁਰਾਕ ਹੈ, ਕੋਈ ਵੈਜ, ਕੋਈ ਨੌਨ ਵੈਜ, ਜਿਵੇਂ ਵੀ ਖਾਂਦਾ ਹੈ। ਕਈ ਫਲਾਹਾਰ ਨੇ, ਕਈ ਦੁੱਧ ਹੀ ਪੀਂਦੇ ਨੇ। ਲੇਕਿਨ ਜੀਣ ਵਾਸਤੇ ਖੁਰਾਕ ਚਾਹੀਦੀ ਹੈ। ਪਰ ਰੱਬ ਨੂੰ ਖੁਰਾਕ ਨਹੀਂ ਚਾਹੀਦੀ। ਉਹ ਕਿਸੇ ਖੁਰਾਕ ਦੇ ਆਸਰੇ ਨਹੀਂ ਹੈ ਕਿ ਉਹਨੂੰ ਰੋਟੀ ਚਾਹੀਦੀ ਹੈ, ਜਾਂ ਉਹਨੂੰ ਖੀਰ ਚਾਹੀਦਾ ਹੈ, ਜਾਂ ਜੇ ਖੀਰ ਕੜਾ ਨਾ ਦਿੱਤਾ ਤੇ ਉਹਨੂੰ ਫਰੂਟ ਚਾਹੀਦਾ ਹੈ। ਫਰੂਟ ਨਾ ਤੇ ਉਹਨੂੰ ਮਤਲਬ ਹੋਰ ਕੋਈ ਚੀਜ਼, ਦੁੱਧ ਵਗੈਰਾ ਚਾਹੀਦਾ ਹੈ। ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਨਿਰਾਹਾਰ ਦਾ ਮਤਲਬ ਖੁਰਾਕ ਤੋਂ ਬਿਨਾਂ ਹੈ, ਉਹਨੂੰ ਖੁਰਾਕ ਦੀ ਲੋੜ ਹੀ ਨਹੀਂ ਹੈ, ਹੈ ਹੀ ਨਿਰਾਹਾਰ। ਅਸੀਂ ਲਵਾਉਂਦੇ ਆ ਨਾ, ਭੋਗ ਲਵਾਉਂਦੇ ਆ ਲੰਗਰ ਦਾ, ਪਕੌੜਿਆਂ ਦਾ, ਕੋਈ ਕੁਛ ਉਹ ਅਸੀਂ ਲਵਾਉਂਦੇ ਆ। ਉਹ ਸਾਡੀ ਸੋਚ ਹੈ ਵੀ ਸ਼ਾਇਦ ਰੱਬ ਨੂੰ ਖੁਰਾਕ ਦੀ ਲੋੜ ਹੈ, ਵੀ ਸ਼ਾਇਦ ਰੱਬ ਖਾ ਰਿਹਾ। ਪਰ ਗੁਰਬਾਣੀ ਕਹਿੰਦੀ ਉਹ ਨਿਰਾਹਾਰ ਹੈ, ਉਹਨੂੰ ਖੁਰਾਕ ਦੀ ਲੋੜ ਨਹੀਂ ਹੈ। ਉਹਦੀ ਸਾਡੇ ਵਾਲੀ ਖੁਰਾਕ ਨਹੀਂ ਹੈ, ਕਿਉਂਕਿ ਇੱਕ ਐਨਰਜੀ ਹੈ, ਇੱਕ ਪਾਵਰ ਹੈ। ਸਾਡੇ ਵਾਲੀ ਖੁਰਾਕ ਨਹੀਂ ਹੈ। ਅਸੀਂ ਆਪਣੇ ਵਰਗਾ ਸਮਝਦੇ ਹਾਂ ਵੀ ਸ਼ਾਇਦ ਉਹ ਸਾਡੇ ਵਰਗਾ ਹੈ, ਵੀ ਉਹਨੂੰ ਸਵੇਰੇ ਭੁੱਖ ਵੀ ਲੱਗਦੀ ਹੈ, ਨਾਸ਼ਤਾ ਵੀ ਚਾਹੀਦਾ ਹੈ, ਦੁਪਹਿਰ ਦਾ ਭੋਜਨ, ਸ਼ਾਮ ਦਾ। ਨਿਰਾਹਾਰ, ਖੁਰਾਕ ਤੋਂ ਰਹਿਤ ਹੈ। ਨਿਰਵੈਰ, ਉਹਦਾ ਵੈਰ ਨਹੀਂ ਕਿਸੇ ਨਾਲ। ਅਸੀਂ ਸਮਝਦੇ ਹਾਂ ਸ਼ਾਇਦ ਰੱਬ ਸਾਡੇ ਵਰਗਾ ਹੈ, ਸਾਡੇ ਵਰਗਾ ਨਹੀਂ ਹੈ। ਅਸੀਂ ਉਹਦੇ ਵਰਗੇ ਹੋ ਸਕਦੇ ਹਾਂ ਜੇ ਹੋਣਾ ਚਾਹੀਏ। ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਕਿਸੇ ਧਰਮ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਜਾਤ ਨਾਲ, ਕਿਸੇ ਔਰਤ ਨਾਲ, ਕਿਸੇ ਬੰਦੇ ਨਾਲ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ ਹੈ, ਹੀ ਨਿਰਵੈਰ ਹੈ। ਸਾਡੇ ਧਰਮਾਂ ਦੇ ਵੈਰ ਹੈ ਨੇ, ਅਸੀਂ ਇੱਕ ਧਰਮ ਦੇ ਬੰਦੇ ਦੂਜੇ ਦੇ ਵੈਰ ਹੀ ਹਾਂ। ਔਰ ਆ ਧਰਮਾਂ ਦੇ ਝਗੜੇ ਵੇਖੇ ਜਾ ਸਕਦੇ ਨੇ। ਧਰਮਾਂ ਦੇ ਨਾਮ ਦੇ ਉੱਤੇ ਕਿੰਨੇ ਲੜਾਈਆਂ, ਦੰਗੇ, ਫਸਾਦ ਹੁੰਦੇ ਨੇ, ਕਿੰਨਾ ਕਤਲਾਮ ਹੋਇਆ ਹੈ ਧਰਮ ਦੇ ਨਾਮ ਤੇ, ਹੁਣ ਵੀ ਹੋ ਰਿਹਾ ਹੈ, ਅੱਗੇ ਨੂੰ ਵੀ ਹੁੰਦਾ ਰਹੇਗਾ। ਇਹ ਸਾਡੇ ਝਗੜੇ ਨੇ, ਰੱਬ ਦਾ ਝਗੜਾ ਨਹੀਂ। ਉਹਦਾ ਕੋਈ ਵੈਰੀ ਥੋੜਾ ਹੈ। ਜੇ ਉਹਦਾ ਵੈਰੀ ਹੋਵੇ, ਮੰਨ ਲਓ ਰੱਬ ਮੇਰਾ ਵੈਰੀ ਹੋਵੇ, ਮੈਂ ਰੱਬ ਨੂੰ ਦੁਸ਼ਮਣ ਸਮਝਦਾ ਹੂੰ ਆਪਣਾ, ਤੇ ਮੈਨੂੰ ਖਤਮ ਕਰਨ ਵਾਸਤੇ ਰੱਬ ਨੂੰ ਕਿੰਨਾ ਕੁਛ ਕਰਨਾ ਪਏਗਾ। ਮੇਰੀ ਵੈਲਿਊ ਕੀ ਹੈ ਰੱਬ ਦੇ ਅੱਗੇ? ਸਾਰੀ ਦੁਨੀਆ ਦੀ ਵੀ ਵੈਲਿਊ ਕੀ ਹੈ ਰੱਬ ਦੇ ਅੱਗੇ? ਜੇ ਰੱਬ ਸਾਡਾ ਵੈਰੀ ਹੋਏ ਤੇ ਮਾਰਨਾ ਚਾਹੇ, ਵੈਰ ਕਮਾਣਾ ਚਾਹੇ, ਤੇ ਸਾਡੀ ਵੈਲਿਊ ਕੀ ਹੈ? ਸਾਡਾ ਤਾਂ ਨਿੱਕਾ ਜਿਹਾ ਕਰੋਨਾ ਹੀ ਨਹੀਂ ਨਾ ਕਾਬੂ ਹੋਣ ਡਿਆ, ਦਿਸਦਾ ਵੀ ਨਹੀਂ। ਇਥੋਂ ਅੰਦਾਜ਼ਾ ਲਾ ਲੈਂਦਾ ਨਾ ਬੰਦਾ। ਮਤਲਬ ਤਾਂ ਨਿਰਵੈਰ, ਰੱਬ ਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਸਾਰਿਆਂ ਦਾ ਵਿੱਚ ਵਸਦਾ ਹੈ। ਉਹ ਵੈਰ ਤੋਂ ਰਹਿ ਤੇ ਵੈਰ ਹੈ ਹੀ ਨਹੀਂ ਇਹਦੇ ਵਿੱਚ। ਸੁਖਦਾਈ ਦਾ ਮਤਲਬ ਸੁਖ ਦੇਣ ਵਾਲਾ ਹੈ, ਦੁੱਖ ਦੇਣ ਵਾਲਾ ਹੈ ਹੀ ਨਹੀਂ ਰੱਬ। ਇਸ ਲਈ ਰੱਬ ਨਹੀਂ ਕਿਸੇ ਨੂੰ ਦੁੱਖ ਦਿੰਦਾ।
ਸੁੱਖ ਦੁੱਖ ਸਾਡੇ ਆਪਣੇ ਕਰਮ ਪੈਦਾ ਕਰਦੇ ਨੇ। ਇਹ ਸੰਸਾਰ ਹੈ, ਇਹਨੂੰ ਕਿਵੇਂ ਵਰਤਾਂਗੇ, ਸਾਡੇ ਵਰਤਨ ਦਾ ਢੰਗ ਸਾਡੇ ਜੀਵਨ ਵਿੱਚ ਸੁੱਖ ਜਾਂ ਦੁੱਖ ਪੈਦਾ ਕਰੇਗਾ। ਮੰਨ ਲਓ ਅੱਗ ਹੈ, ਤਾਂ ਅੱਗ ਨਾ ਦੁਖਦਾਈ ਹੈ ਨਾ ਸੁਖਦਾਈ ਹੈ, ਅੱਗ ਤਾਂ ਅੱਗ ਹੈ। ਇਹਦੀ ਵਰਤੋਂ ਕਿਵੇਂ ਕਰੋਗੇ? ਹੁਣ ਜੇ ਅੱਗ ਨਾ ਹੋਵੇ, ਨਿੱਘ ਨਾ ਹੋਵੇ, ਤਾਂ ਜ਼ਿੰਦਗੀ ਚੱਲ ਹੀ ਨਹੀਂ ਨਾ ਸਕਦੀ। ਕਿੰਨੀ ਸੁਖਦਾਈ ਹੈ ਅਗਨੀ, ਰੱਬ ਨੇ ਸੁੱਖ ਵਾਸਤੇ ਪੈਦਾ ਕੀਤੀ ਹੈ। ਅਗਨੀ ਕਰਕੇ ਹੀ ਸਾਡੇ ਅੰਦਰ ਖੂਨ ਵਗੈਰਾ ਬਣਦਾ ਹੈ। ਜੇ ਸੂਰਜ ਨਾ ਹੋਵੇ ਤਾਂ ਦੁਨੀਆ ਵੀ ਨਹੀਂ ਨਾ ਹੋਏਗੀ। ਪਰ ਅਸੀਂ ਅੱਗ ਦੀ ਵਰਤੋਂ ਕਿਵੇਂ ਕਰਾਂਗੇ? ਹੁਣ ਅੱਗ ਦੇ ਨਾਲ ਕਿਸੇ ਨੂੰ ਪ੍ਰਸ਼ਾਦਾ ਪਾਣੀ ਵੀ ਬਣਾ ਕੇ ਛਕਾਇਆ ਜਾਂਦਾ ਹੈ, ਤੇ ਉਹ ਹੀ ਪੈਟਰੋਲ ਪਾ ਕੇ ਇਸ ਤੇ ਅੱਗ ਵੀ ਲਾਈ ਜਾਂਦੀ ਹੈ। ਜਿਵੇਂ 84 ਵਿੱਚ ਕਿੰਨੇ ਲੋਕਾਂ ਨੂੰ ਸਾੜਿਆ ਗਿਆ ਨਾ। ਅੱਗ ਤਾਂ ਨਿਰਵੈਰ ਸੀ, ਪਰ ਅਸੀਂ ਉਹਦੀ ਵਰਤੋਂ ਕਿਵੇਂ ਕਰਾਂਗੇ? ਰੱਬ ਆਹਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਔਰ ਸੁਖਦਾਈ ਹੈ। ਉਹ ਸਿਰਫ ਸੁੱਖ ਦਿੰਦਾ ਹੈ। ਜਦੋਂ ਅਸੀਂ ਉਹਨਾਂ ਸੁੱਖਾਂ ਨੂੰ ਨਹੀਂ ਮਾਣਦੇ ਤਾਂ ਉਹ ਸਾਡੀ ਜ਼ਿੰਦਗੀ ਵਿੱਚ ਦੁੱਖ ਪੈਦਾ ਹੋ ਜਾਂਦੇ ਨੇ। ਇਹ ਗੱਲ ਨਾ ਸਮਝਣ ਵਾਲੀ ਹੈ। ਜਦੋਂ ਅਸੀਂ ਇੱਕ ਚੀਜ਼ ਨੂੰ ਪਾਸੇ ਕਰ ਦਿੰਨੇ ਆ, ਦੂਜੀ ਚੀਜ਼ ਉੱਥੇ ਆਪੇ ਹੀ ਆ ਜਾਂਦੀ ਹੈ। ਸਵਿਚ ਆਫ ਕਰ ਦੋ, ਚਾਨਣ ਨੂੰ ਪਾਸੇ ਕਰ ਦੋ, ਹਨੇਰਾ ਆਪੇ ਹੀ ਆ ਜਾਏਗਾ। ਤੇ ਸੁੱਖਾਂ ਨੂੰ ਪਾਸੇ ਕਰ ਦੋ, ਦੁੱਖ ਆਪੇ ਹੀ ਆ ਜਾਣਗੇ। ਹੁਣ ਰੱਬ ਨੇ ਤੇ ਸੁੱਖ ਹੀ ਦਿੱਤੇ ਨੇ, ਪਰ ਅਸੀਂ ਉਹਨਾਂ ਸੁੱਖਾਂ ਨੂੰ ਮਾਣਦੇ ਨਹੀਂ, ਇਸ ਕਰਕੇ ਦੁੱਖ ਆ ਜਾਂਦੇ ਨੇ। ਪਿੱਲੇ ਵਿੱਚ ਸੁੱਖ ਨਹੀਂ ਮਾਣਦੇ ਤੇ ਦੁੱਖ ਆਪੇ ਆ ਜਾਂਦੇ ਨੇ। ਕਿਵੇਂ ਆ ਜਾਂਦੇ ਨੇ? ਚੀਜ਼ਾਂ ਨਾ ਬੜੀਆਂ ਠਰਮੇ ਨਾਲ ਸੋਚਣ ਵਾਲੀਆਂ ਨੇ। ਹੁਣ ਸਾਡੇ ਅੰਦਰ ਰੱਬ ਨੇ ਪ੍ਰੇਮ ਪੈਦਾ ਕੀਤਾ ਨਾ, ਤੇ ਪ੍ਰੇਮ ਦੇ ਨਾਲ ਸੁੱਖ ਪੈਦਾ ਹੁੰਦਾ ਹੈ, ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ। ਪਰ ਹੁਣ ਅਸੀਂ ਪ੍ਰੇਮ ਕਰਦੇ ਨਹੀਂ ਇੱਕ ਦੂਜੇ ਨਾਲ। ਲੋਕ ਇੱਕ ਦੂਜੇ ਨਾਲ ਪ੍ਰੇਮ ਨਾਲ ਨਹੀਂ ਨਾ ਰਹਿੰਦੇ। ਪ੍ਰੇਮ ਨਾਲ ਨਹੀਂ ਰਹਿੰਦੇ, ਈਰਖਾ ਆ ਜਾਂਦੀ, ਆਟੋਮੈਟਿਕਲੀ ਆਏਗੀ। ਤੇ ਜਿੱਥੋਂ ਪ੍ਰੇਮ ਨਿਕਲੇਗਾ ਉੱਥੇ ਈਰਖਾ ਆਏਗੀ, ਜਿੱਥੇ ਈਰਖਾ ਆਏਗੀ ਉੱਥੇ ਦੁੱਖ ਵੀ ਆਏਗਾ। ਤਾਂ ਫਿਰ ਅਸੀਂ ਨਹੀਂ ਨਾ ਰਹਿਣਾ ਚਾਹੁੰਦੇ ਸੁਖੀ। ਰੱਬ ਤਾਂ ਸਾਨੂੰ ਸੁਖੀ ਰੱਖਣਾ ਚਾਹੁੰਦਾ ਹੈ। ਰੱਬ ਨੇ ਤੇ ਨਿਰਵੈਰਤਾ ਪੈਦਾ ਕੀਤੀ ਹੈ, ਨਿਰਭੈਤਾ ਪੈਦਾ ਕੀਤੀ ਹੈ, ਦਇਆ ਪੈਦਾ ਕੀਤੀ ਹੈ। ਅਗਲਾ ਬਚਨ ਕਰਦੇ ਨੇ, ਤਾਂ ਕਿ ਕੀਮਤ ਕਿਨੈ ਨਾ ਪਾਈ। ਇਹਨੂੰ ਕਿਨੇ ਨਹੀਂ ਪੜਨਾ, ਕਿਨੈ ਨੰਨੇ ਨਾਲ ਦਲਾਵਾਂ। ਤਾਂ ਕਿ ਕੀਮਤ ਕਿਨੈ ਨਾ ਪਾਈ। ਕੋਈ ਜੀਵ ਉਹਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਦਾ। ਉਹਦਾ ਮੁੱਲ ਕਿਸੇ ਤੋਂ ਨਹੀਂ ਪਾਇਆ ਜਾਂਦਾ। ਹੁਣ ਕੀ ਮੁੱਲ ਪਾਓਗੇ? ਕੀ ਕਿਸੇ ਮੁੱਲ ਦੇ ਨਾਲ ਸੱਚ ਮਿਲ ਸਕਦਾ ਹੈ? ਕੀ ਮੁੱਲ ਗਿਆਨ ਮਿਲ ਸਕਦਾ ਹੈ? ਕਿ ਅਸੀਂ ਸਕੂਲ ਨਾ ਜਾਈਏ, ਪ੍ਰੈਕਟਿਸ ਨਾ ਕਰੀਏ, ਤੇ ਅਸੀਂ ਇੰਜ ਕਰੀਏ ਵੀ ਇੰਜੀਨੀਅਰ ਬਣਨ ਤੱਕ ਕਿੰਨਾ ਖਰਚਾ ਆ ਜਾਂਦਾ ਬੰਦੇ ਦਾ। ਵੀ ਜਿਸ ਦਿਨ ਪਹਿਲੇ ਦਿਨ ਬੱਚਾ ਸਕੂਲ ਜਾਂਦਾ ਹੈ, ਉਹਦੀ ਫੀਸ, ਉਹਦੀ ਪੜ੍ਹਾਈ, ਉਹਦਾ ਆਉਣ ਜਾਣ ਦਾ ਕਿਰਾਇਆ, ਸਾਰਾ ਕੁਝ ਇਕੱਠਾ ਕਰਕੇ ਮੰਨ ਲਓ ਸਪੋਜ਼ ਕਿ ਕਰੋੜ ਰੁਪਇਆ ਬਣ ਜਾਂਦਾ ਹੈ। ਸਪੋਜ਼ ਕਿ ਇੰਜੀਨੀਅਰ ਬਣਨ ਤੱਕ ਕਰੋੜ ਰੁਪਇਆ ਖਰਚਾ ਆ ਗਿਆ। ਤਾਂ ਕੀ ਐਸਾ ਹੋ ਸਕਦਾ ਕਿ ਕੋਈ ਬੱਚਾ ਸਕੂਲ ਨਾ ਜਾਏ ਤੇ ਉਹਦੇ ਮਾਂ-ਪਿਓ ਕਹਿਣ ਵੀ ਅਸੀਂ 2 ਕਰੋੜ ਰੁਪਇਆ ਦੇ ਦਿੰਨੇ ਆ ਤੇ ਸਾਡਾ ਬੱਚਾ ਇੰਜੀਨੀਅਰ ਬਣ ਜਾਏ, ਇੰਜੀਨੀਅਰਿੰਗ ਸਾਨੂੰ ਮਿਲ ਜਾਏ 2 ਕਰੋੜ ਦੀ? ਦੇਖੋ, ਡੁਪਲੀਕੇਟ ਡਿਗਰੀ ਲੈਣੀ ਇੱਕ ਵੱਖਰੀ ਗੱਲ ਹੈ, ਲੇਕਿਨ ਇੰਜੀਨੀਅਰ ਤੇ ਨਹੀਂ ਨਾ ਬਣੇਗਾ 2 ਕਰੋੜ ਨਾਲ। ਉਹ ਤਾਂ ਪ੍ਰੈਕਟਿਸ ਕਰਨੀ ਪਵੇਗੀ ਨਾ। ਤਾਂ ਕਿਸੇ ਮੁੱਲ ਦੇ ਨਾਲ ਇਹ ਪ੍ਰੇਮ ਨਹੀਂ ਖਰੀਦਿਆ ਜਾ ਸਕਦਾ। ਜਿਹੜਾ ਪ੍ਰੇਮ ਦਾ ਸੁੱਖ ਹੈ ਨਾ, ਜੇ ਹੁਣ ਅਸੀਂ ਕਹੀਏ ਕਿ ਜਿਹੜੇ ਪਰਿਵਾਰ ਆਪਸ ਦੇ ਅੰਦਰ ਪ੍ਰੇਮ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਬੜੀ ਖੁਸ਼ੀ ਹੈ, ਖੁਸ਼ਹਾਲੀ ਹੈ, ਤੇ ਅਸੀਂ ਉਹਨਾਂ ਲੋਕਾਂ ਦੀ ਤਰ੍ਹਾਂ ਪ੍ਰੇਮ ਨਾਲ ਤੇ ਨਾ ਜੀਵੀਏ, ਫਿਰ 2-4 ਕਰੋੜ ਪਾਉਂਡ ਦੇ ਕੇ ਤੇ ਉਹ ਸੁੱਖ ਖਰੀਦ ਲਈਏ। ਕੀ ਐਵੇਂ ਖਰੀਦ ਲਵਾਂਗੇ? ਨਹੀਂ ਖਰੀਦਿਆ ਜਾ ਸਕਦਾ ਨਾ। ਤਾਂ ਕਿਸੇ ਕੀਮਤ ਦੇ ਨਾਲ ਗੁਣਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹਦੇ ਵਾਸਤੇ ਤਾਂ ਫ੍ਰੀ ਵਿੱਚ ਨੇ। ਇਹ ਤਾਂ ਸਮਰਪਣ ਕਰਨ ਦੀ ਲੋੜ ਹੈ। ਇਹਨਾਂ ਦੀ ਵਰਤੋਂ ਕਰੋ ਤੇ ਫ੍ਰੀ ਵਿੱਚ ਕਰ ਲਓ। ਪ੍ਰੇਮ ਤੁਹਾਡੇ ਅੰਦਰ ਹੈ, ਪੈਸਾ ਖਰਚਣ ਦੀ ਲੋੜ ਥੋੜਾ ਹੈ। ਸੱਚ ਤੁਹਾਡੇ ਅੰਦਰ ਹੈ, ਮੇਰੇ ਅੰਦਰ ਹੈ। ਸੱਚ ਨੂੰ ਫ੍ਰੀ ਵਿੱਚ ਬੋਲੋ। ਮੁਸਕਰਾਹਟ ਤੁਹਾਡੇ ਅੰਦਰ ਹੈ ਨਾ, ਤੇ ਮੁਸਕਰਾਹਟ ਖਰੀਦਣ ਲਈ ਪੈਸੇ ਥੋੜੀ ਦੇਣ ਦੀ ਲੋੜ ਹੈ। ਫ੍ਰੀ ਵਿੱਚ ਮੁਸਕਰਾਓ ਥੋੜਾ ਜਿਹਾ ਸਾਰੇ। ਆਪਣਾ ਰਿਲੈਕਸ ਕਰ ਲਓ। ਆ ਮੱਥੇ ਦੇ ਉੱਤੇ ਕਿਉਂ ਵੱਟ ਪਾ ਕੇ ਬੈਠੇ ਹੋ? ਰਿਲੈਕਸ, ਫ੍ਰੀ ਵਿੱਚ ਰਿਲੈਕਸ ਹੋ ਰਹੇ ਹੋ, ਰਿਲੈਕਸ ਰਹੋ, ਮੁਸਕਰਾਓ, ਖੁਸ਼ ਹੋਵੋ। ਇਹ ਕਿਸੇ ਕੀਮਤ ਨਾਲ ਥੋੜਾ ਮਿਲਣੀ ਹੈ ਕਿ ਹੁਣ ਮੈਂ ਬਾਜ਼ਾਰ ਜਾਵਾਂ, ਕਿੱਥੇ ਚੱਲਿਆ ਜੀ, ਮੈਂ ਮੁਸਕਰਾਹਟ ਖਰੀਦਣ ਚੱਲਿਆ। ਮੁਸਕਰਾਹਟ ਥੋੜਾ ਮਿਲਣੀ ਹੈ। ਫ੍ਰੀ ਵਿੱਚ ਮੁਸਕਰਾ ਲੈ ਯਾਰ, ਐਵੇਂ ਮੁਸਕਰਾ ਲੈ, ਐਵੇਂ ਪ੍ਰੇਮ ਕਰ ਲੈ, ਐਵੇਂ ਸੱਚ ਫ੍ਰੀ ਦੇ ਵਿੱਚ ਹੀ।
किसी कीमत नाल नहीं, फ्री विच ने और अमुलक ने। अनेक भगत इत्थे असीं रुकांगे, बंधन नित करहें, बिंदी लगा के पाठ करांगे। करहें, करहें दा मतलब करदे ने। अनेकां भगत रब दे जिहड़े प्यारे ने ਉਹ ਰੱਬ ਨੂੰ ਨਮਸਕਾਰ ਕਰਦੇ ਨੇ, ਅਨੇਕਾਂ ਲੋਕ ਮੱਥਾ ਟੇਕਦੇ ਨੇ, ਅਨੇਕਾਂ ਲੋਕ ਰੱਬ ਅੱਗੇ ਸਮਰਪਣ ਕਰਦੇ ਨੇ। ਕਿੰਨੇ ਸਾਰੇ ਰੱਬ ਦੇ ਪਿਆਰੇ ਨੇ ਜੋ ਰੱਬੀ ਚਰਨਾਂ ਵਿੱਚ ਝੁਕੇ ਨੇ, ਰੱਬੀ ਭਾਣੇ ਦੇ ਅੰਦਰ ਜ਼ਿੰਦਗੀ ਗੁਜ਼ਾਰ ਰਹੇ ਨੇ, ਅਨੇਕਾਂ ਨੇ। ਚਰਨ ਕਮਲ ਹਿਰਦੈ ਸਿਮਰਹਿ, ਚਰਨ ਕਮਲ ਦਾ ਮਤਲਬ ਰੱਬ ਦੇ ਕਮਲਾ ਵਰਗੇ ਜਿਹੜੇ ਚਰਨ ਨੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਨੇ। ਚਰਨ ਕਮਲ, ਇੱਥੇ ਵਿਸਰਾਮ ਲਾਵਾਂਗੇ। ਹਿਰਦੈ ਸਿਮਰਹਿ, ਬਿੰਦੀ ਲਗਾ ਕੇ ਪਾਠ ਕਰਾਂਗੇ। ਸਿਮਰਹਿ ਕਿਉਂਕਿ ਇਹ ਪਲੂਰਲ ਸ਼ਬਦ ਹੈ। ਜਦੋਂ ਵੀ ਕਿਸੇ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਆਉਂਦੀ ਹੈ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਸਿਮਰਹਿ, ਚਰਨ ਕਮਲ, ਹਿਰਦੈ ਸਿਮਰਹਿ, ਪ੍ਰਭੂ ਦੇ ਕਮਲਾ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਨੇ। ਸਿਮਰਨ ਦਾ ਮਤਲਬ ਯਾਦ ਰੱਖਦੇ ਨੇ ਕਿ ਰੱਬ ਦੇ ਚਰਨ ਕਮਲ ਦਾ ਮਤਲਬ। ਇਸੇ ਤਰ੍ਹਾਂ ਅਨਮਿਊਟ ਰਹਿ ਕੇ ਜਦੋਂ ਬੋਲੋਗੇ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਬੋਲ ਰਹੇ ਹੋ। ਚਰਨ ਕਮਲ ਦਾ ਮਤਲਬ ਰੱਬ ਦੇ ਗੁਣ, ਚਰਨ ਕਮਲ ਦਾ ਮਤਲਬ ਰੱਬ ਦੇ ਗੁਣ। ਅਨੇਕਾਂ ਜਿਹੜੇ ਰੱਬ ਦੇ ਭਗਤ ਨੇ, ਰੱਬ ਅੱਗੇ ਸਮਰਪਿਤ ਨੇ ਔਰ ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ, ਯਾਦ ਰੱਖਦੇ ਨੇ, ਆਪਣੀ ਚੇਤੇ ਵਿੱਚ ਵਸਾਇਆ। ਇਹਨਾਂ ਗੁਣਾਂ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ ਤੇ ਰੱਬ ਦੇ ਗੁਣਾਂ ਨੂੰ ਹਿਰਦੇ ਵਿੱਚ ਟਿਕਾਣਾ, ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਣੀ ਹੀ ਰੱਬ ਦਾ ਪਿਆਰ ਹੈ। ਇਹੀ ਰੱਬ ਦੀ ਭਗਤੀ ਹੈ। ਸਦ ਬਲਿਹਾਰੀ ਸਤਿਗੁਰ ਆਪਣੇ, ਹੁਣ ਗੁਰੂ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਦਕਾ ਸਦਾ ਸਦਕੇ ਜਾਂਦਾ ਹਾਂ। ਸਦ ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਸਦਾ ਵਾਰ ਨੇ ਸਦਕੇ ਹਾਂ। ਸਾਨੂੰ ਗੁਰੂ ਤੋਂ ਸਦਕੇ ਹੋਣਾ ਚਾਹੀਦਾ ਹੈ, ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਤੇ ਬਲਿਹਾਰ ਦਾ ਮਤਲਬ ਬਾਲ ਪਲਸ ਹਾਰ, ਆਪਣੀ ਤਾਕਤ ਹਾਰ ਜਾਣਾ, ਸਰੈਂਡਰ ਹੋ ਜਾਣਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੇ ਮੱਤ ਦੇ ਧਾਰਨੀ ਹੋਣਾ। ਇਸੇ ਨੂੰ ਬਲਿਹਾਰ ਹੋਣਾ ਕਹਿੰਦੇ ਨੇ। ਬਲਿਹਾਰ ਹੋਣਾ ਨਿਰਾ ਗੱਲਾਂ ਨਾਲ ਨਹੀਂ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਵਾਰ ਨੇ ਹਾਂ, ਸਦਕੇ ਹਾਂ, ਕੋਲ ਘੁਮਾਈ ਹਾਂ, ਜਿੰਨੇ ਮਰਜ਼ੀ ਵਰਡ ਵਰਤ ਲੋ, ਲੇਕਿਨ ਕੱਲੇ ਵਰਡ ਨਹੀਂ ਵਰਤਨੇ। ਬਲਿਹਾਰ ਹੋਣਾ ਹੈ, ਸਮਰਪਿਤ ਕਰਨਾ ਹੈ ਆਪਣਾ ਆਪਾ। ਕਿਉਂ ਸਮਰਪਿਤ ਕਰਨਾ ਹੈ? ਗੁਰੂ ਅੱਗੇ ਸਰੈਂਡਰ ਕਿਉਂ ਹੋਣਾ ਹੈ? ਗੁਰੂ ਦੀ ਮੱਤ ਦੇ ਧਾਰਨੀ ਕਿਉਂ ਬਣਨਾ ਹੈ? ਇਹਦਾ ਰੀਜ਼ਨ ਕੀ ਹੈ? ਉਹ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ। ਸਦ ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹਾਂ। ਕਿਉਂ? ਨਾਨਕ, ਇੱਥੇ ਵਿਸਰਾਮ ਲਾਵਾਂਗੇ। ਜਿਹ ਪ੍ਰਸਾਦ, ਇੱਥੇ ਵਿਸਰਾਮ ਲਾਵਾਂਗੇ। ਐਸਾ ਪ੍ਰਭ ਜਪਨੇ, ਇਸ ਪੰਕਤੀ ਦਾ ਉਚਾਰਨ ਹੋਏਗਾ ਨਾਨਕ। ਜਿਹ ਪ੍ਰਸਾਦ, ਐਸਾ ਪ੍ਰਭ ਜਪਨੇ, ਪ੍ਰਸਾਦ ਨਹੀਂ ਬੋਲਾਂਗੇ, ਪ੍ਰ ਬੋਲਾਂਗੇ, ਪ੍ਰ ਅੱਧਾ ਰਾਰਾ। ਨਾਨਕ ਜਿਹ ਪ੍ਰਸਾਦ, ਐਸਾ ਪ੍ਰਭ ਜਪਨੇ, ਸੌਰੀ ਜਿਹ ਬੋਲ ਗਿਆ, ਜਿਸ, ਮੈਂ ਇੱਕ ਗੱਲ ਪੜ ਗਿਆ, ਸੌਰੀ। ਨਾਨਕ ਜਿਸ ਪ੍ਰਸਾਦ, ਜਿਹ ਮੈਂ ਗਲਤ ਪੜ ਗਿਆ, ਸੌਰੀ ਦੁਬਾਰਾ। ਨਾਨਕ ਜਿਸ ਪ੍ਰਸਾਦ, ਐਸਾ ਪ੍ਰਭ ਜਪਨੇ, ਜਿਸ ਦਾ ਮਤਲਬ ਜਿਸ ਗੁਰੂ ਦੀ ਕਿਰਪਾ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ। ਗੁਰੂ ਤੋਂ ਬਲਿਹਾਰ ਕਿਉਂ ਜਾਣਾ ਹੈ? ਕਿਉਂਕਿ ਗੁਰੂ ਦੀ ਕਿਰਪਾ ਨਾਲ ਰੱਬ ਨੂੰ ਜਪ ਸਕੀਦਾ, ਰੱਬ ਦੇ ਗੁਣਾਂ ਦੇ ਧਾਰਨੀ ਹੋਈਦਾ। ਸਾਨੂੰ ਰੱਬ ਦੇ ਗੁਣਾਂ ਦੀ ਹੋਣਾ ਹੈ, ਜਿਸ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਸੂਝ ਆਵੇ, ਸਮਝ ਆਵੇ, ਗਿਆਨ ਦੀ ਦਾਤ ਮਿਲੇ। ਇਹ ਹਰ ਰਸ ਪਾਵੈ ਜਨ ਕੋਏ, ਰਸ ਤੇ ਵਿਸ਼ਰਾਮ ਲਾਵਾਂਗੇ। ਇਹ ਹਰ ਰਸ ਪਾਵੈ ਜਨ ਕੋਏ, ਕੋਈ ਵਿਰਲਾ ਮਨੁੱਖ ਇਹ ਰਸ ਨੂੰ ਮਾਣਦਾ ਹੈ। ਕੋਈ ਵਿਰਲਾ ਮਨੁੱਖ ਪਾਉਂਦਾ ਹੈ, ਮਾਣਦਾ ਹੈ। ਪਾਵੈ ਦਾ ਮਤਲਬ ਮਾਨਣਾ। ਇਹ ਜਿਹੜਾ ਰੱਬੀ ਗੁਣਾਂ ਦਾ ਰਸ ਹੈ ਨਾ,
ਰੱਬੀ ਹੁਕਮ ਦੇ ਵਿੱਚ ਤੁਰਨਾ, ਇਸ ਰਸ ਨੂੰ ਕੋਈ ਵਿਰਲਾ ਮਾਣਦਾ ਹੈ। ਦੇਖੋ, ਇਹ ਚੀਜ਼ਾਂ ਅਸੀਂ ਸਮਝ ਗਏ, ਸਾਡੀ ਸਮਝ ਵਿੱਚ ਇਹ ਚੀਜ਼ਾਂ ਬਹਿ ਗਈਆਂ ਕਿ ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਇਹ ਚੀਜ਼ ਸਮਝ ਵਿੱਚ ਬਹਿ ਗਈ। ਸਾਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਰੱਬੀ ਹੁਕਮ ਤੋਂ ਬਿਨਾਂ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੋ ਸਕਦਾ। ਜੋ ਵੀ ਕੁਝ ਪ੍ਰਾਪਤੀ ਹੈ ਰੱਬ ਦੀ ਰਜ਼ਾ ਭਾਣੇ ਵਿੱਚ, ਹੁਕਮ ਵਿੱਚ ਹੋ ਸਕਦੀ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਇਹ ਸਾਨੂੰ ਸਮਝ ਆ ਗਿਆ ਕਿ ਜਿਹੜੇ ਗੁਨਾਹ ਦੇ ਧਾਰਨੀ ਨੇ, ਅਸੀਂ ਗੁਨਾਹ ਦੀ ਗੱਲ ਕਰਾਂਗੇ, ਗੁਨਾਹ ਮੁਤਾਬਕ ਜ਼ਿੰਦਗੀ ਜੀਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋਏਗੀ। ਇਹਨਾਂ ਚੀਜ਼ਾਂ ਦੀ ਸਮਝ ਆ ਗਈ, ਪਰ ਹਾਲੇ ਸਾਨੂੰ ਸੁੱਖ ਮਿਲਿਆ ਨਹੀਂ, ਖੁਸ਼ੀ ਅਸੀਂ ਮਾਣੀ ਨਹੀਂ। ਕਿਉਂ? ਕਿਉਂਕਿ ਅਸੀਂ ਨੇ ਚੀਜ਼ਾਂ ਤੇ ਅਮਲ ਨਹੀਂ ਨਾ ਕੀਤਾ। ਭੁੱਖ ਕਿਹਦੀ ਮਿਟੇਗੀ? ਜਿਹੜਾ ਲੰਗਰ ਛਕੇਗਾ। ਪਿਆਸ ਕਿਹਦੀ ਮਿਟੇਗੀ? ਜੋ ਪਾਣੀ ਪੀਵੇਗਾ। ਤੇ ਤ੍ਰਿਪਤ ਕੌਣ ਹੋਏਗਾ? ਜੋ ਗੁਨਾਹ ਦਾ ਧਾਰਨੀ ਹੋਏਗਾ। ਰਸ ਸੱਚ ਵਿੱਚੋਂ ਆਉਣਾ ਹੈ। ਰਸ ਜਿਹੜਾ ਹੈ ਨਾ, ਸੱਚ ਦਾ ਰਿਜ਼ਲਟ ਹੈ। ਜਦੋਂ ਅਸੀਂ ਸੱਚ ਬੋਲਾਂਗੇ, ਸੱਚਾ ਵਿਹਾਰ ਕਰਾਂਗੇ, ਤਾਂ ਸੱਚੇ ਵਿਹਾਰ ਦੇ ਵਿੱਚੋਂ ਜਿਹੜੀ ਖੁਸ਼ੀ ਪੈਦਾ ਹੋਣੀ ਹੈ ਉਹਨੂੰ ਗੁਰੂ ਦੀ ਰਸ ਕਹਿ ਰਹੇ ਨੇ। ਤੇ ਸੱਚ ਦੇ ਰਸ ਨੂੰ ਕੌਣ ਮਾਣੇਗਾ? ਜਿਹੜਾ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਏਗਾ। ਦਇਆ ਦੇ ਰਸ ਨੂੰ ਕੌਣ ਮਾਣੇਗਾ? ਜਿਹੜਾ ਦਇਆ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਗੁਨਾਹ ਦਾ ਰਸ ਹੈ ਇਹਨੂੰ ਕੋਈ ਵਿਰਲਾ ਇਨਸਾਨ ਮਾਣਦਾ ਹੈ। ਤੇ ਜਿਹੜਾ ਫਿਰ ਮਾਣਦਾ ਹੈ ਉਹਨੂੰ ਮਿਲਦਾ ਕੀ ਹੈ? ਅੰਮ੍ਰਿਤ ਪੀਵੈ ਅਮਰ ਸੋ ਹੋਏ। ਇਹਨੂੰ ਅਮਰ ਸੋ ਹੋਏ। ਜੋ ਇਸ ਅੰਮ੍ਰਿਤ ਨੂੰ ਪੀਂਦਾ ਹੈ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਅਮਰ ਸੋ ਹੋਏ ਦਾ ਮਤਲਬ ਉਹ ਮੌਤ ਤੋਂ ਰਹਿਤ ਹੋ ਜਾਂਦਾ ਹੈ। ਉਹ ਫਿਰ ਕਦੇ ਮਰਦਾ ਨਹੀਂ, ਯਾਨੀ ਉਹਨੂੰ ਆਤਮਿਕ ਜੀਵਨ ਮਿਲਦਾ ਹੈ। ਇਹਦਾ ਭਾਵ ਇਹ ਨਹੀਂ ਕਿ ਉਹ ਸਰੀਰਕ ਤੌਰ ਤੇ ਨਹੀਂ ਮਰਦਾ। ਸਰੀਰਕ ਤੌਰ ਤੇ ਤਾਂ ਹਰ ਬੰਦੇ ਦੀ ਮੌਤ ਹੋਣੀ ਨਿਸ਼ਚਿਤ ਹੈ। ਇੱਥੇ ਹੈ ਆਤਮਿਕ ਮੌਤ ਤੇ ਨਹੀਂ ਮਰਦਾ। ਉਹਦੀ ਜ਼ਮੀਰ ਨਹੀਂ ਮਰਦੀ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਜੋ ਗੁਨਾਹ ਦਾ ਧਾਰਨੀ ਹੋ ਜਾਂਦਾ ਨਾ, ਸੱਚ ਦਾ, ਦਇਆ ਦਾ, ਰੱਬੀ ਧਰਮ ਵਿੱਚ, ਰੱਬੀ ਹੁਕਮ ਵਿੱਚ ਜੋ ਤੁਰਦਾ ਹੈ, ਇਹਨਾਂ ਗੁਨਾਹ ਦੇ ਉੱਤੇ ਅਮਲ ਕਰਦਾ ਹੈ, ਇਹਨਾਂ ਗੁਨਾਹ ਦਾ ਰਸ ਮਾਣਦਾ ਹੈ, ਉਹ ਇਨਸਾਨ ਅਮਰ ਹੋ ਜਾਂਦਾ ਹੈ। ਭਾਵ ਉਹਦੀ ਆਤਮਿਕ ਮੌਤ ਕਦੇ ਨਹੀਂ ਹੁੰਦੀ, ਉਹ ਆਤਮਿਕ ਜ਼ਿੰਦਗੀ ਜੀਂਦਾ ਹੈ। ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼। ਇਹੋ ਜਿਹੇ ਮਨੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਯਾਨੀ ਕਦੇ ਉਹਦਾ ਵਿਨਾਸ਼ ਨਹੀਂ ਹੁੰਦਾ, ਕਦੇ ਉਹਦੀ ਆਤਮਿਕ ਮੌਤ ਨਹੀਂ ਹੁੰਦੀ। ਇਹਦਾ ਮਤਲਬ ਇਹ ਨਹੀਂ ਕਿ ਉਹ ਇਹੋ ਜਿਹਾ ਬੰਦਾ ਜਿਹੜਾ ਮਰਦਾ ਹੀ ਨਹੀਂ। ਸਰੀਰ ਕਰਕੇ ਤਾਂ ਇੱਕ ਸੱਚਾਈ ਹੈ ਭਾਈ, ਸਭ ਨੇ ਮਰ ਜਾਣਾ ਹੈ, ਚੰਗੇ ਨੇ ਵੀ ਮਾੜੇ ਨੇ ਵੀ। ਪਰ ਇੱਕ ਜ਼ਿੰਦਗੀ ਔਰ ਮੌਤ ਹੋਰ ਹੈ। ਕਈ ਵਾਰ ਐਸਾ ਹੁੰਦਾ ਹੈ ਅਸੀਂ ਸਰੀਰਕ ਜ਼ਿੰਦਗੀ ਜੀ ਰਹੇ ਹੁੰਦੇ ਹਾਂ ਪਰ ਆਤਮਿਕ ਤੌਰ ਤੇ ਮਰੇ ਹੋਏ ਹੁੰਦੇ ਹਾਂ। ਜ਼ਮੀਰ ਅੰਦਰੋਂ ਮਰੀ ਹੁੰਦੀ ਹੈ, ਇਨਸਾਨੀਅਤ ਮਰੀ ਹੁੰਦੀ ਹੈ। ਜਦੋਂ ਅਸੀਂ ਪਰ ਤਨ ਔਰ ਪਰ ਧਨ ਵੱਲ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਦੇ ਹਾਂ, ਉਦੋਂ ਬੰਦਾ ਅੰਦਰੋਂ ਮਰ ਗਿਆ ਹੁੰਦਾ ਹੈ, ਉਹਦਾ ਵਿਨਾਸ਼ ਹੋ ਗਿਆ ਹੁੰਦਾ ਹੈ। ਇਹ ਗੱਲਾਂ ਅਸੀਂ ਹਰ ਕਲਾਸ ਵਿੱਚ ਹਰ ਰੋਜ਼ ਵਿਚਾਰ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ, ਔਰ ਇਹਦੇ ਬਾਰੇ ਸਾਨੂੰ ਸਾਰਿਆਂ ਵੀਰਾਂ ਭੈਣਾਂ ਨੂੰ ਪਤਾ ਹੈ। ਅਸੀਂ ਸਾਰੇ ਹੀ ਵੀਰ ਭੈਣਾਂ ਇਸ ਗੱਲ ਤੋਂ ਸਪਸ਼ਟ ਹਾਂ ਕਿ ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਹੈ ਉਦੋਂ ਬੰਦਾ ਅੰਦਰੋਂ ਮਰ ਜਾਂਦਾ ਹੈ, ਇਨਸਾਨੀਅਤ ਉਹਦੇ ਅੰਦਰੋਂ ਮਰ ਜਾਂਦੀ ਹੈ, ਉਹ ਇੱਕ ਚੱਲਦੀ ਫਿਰਦੀ ਲਾਸ਼ ਰਹਿ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਉਹਦੀ ਫਿਰ ਕਦੇ ਜ਼ਮੀਰ ਨਹੀਂ ਮਰਦੀ, ਉਹਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ, ਕਦੇ ਨਹੀਂ ਮੁੱਕਦੀ। ਜਾ ਕੇ ਮਨ ਪ੍ਰਗਟੇ ਗੁਣਤਾਸ। ਕਿਹਦੀ ਮੌਤ ਨਹੀਂ ਹੁੰਦੀ? ਜਿਹਦੇ ਮਨ ਦੇ ਅੰਦਰ ਗੁਣਾਂ ਦੇ ਖਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟੇ ਦਾ ਮਤਲਬ ਪ੍ਰਗਟ ਪੈ ਜਾਂਦਾ ਹੈ, ਗੁਣਾਂ ਦੇ ਖਜ਼ਾਨਾ। ਜਿਹਦੇ ਹਿਰਦੇ ਵਿੱਚ ਨੇਕੀਆਂ ਦਾ ਖਜ਼ਾਨਾ ਪ੍ਰਤੱਖ ਹੋ ਜਾਂਦਾ ਹੈ। ਗੁਣਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ, ਪ੍ਰਗਟੇ ਦਾ ਮਤਲਬ ਪ੍ਰਗਟ ਪੈਂਦਾ ਹੈ। ਹੁਣ ਹੈ ਤੇ ਸਾਰਿਆਂ ਦੇ ਵਿੱਚ ਗੁਣਾਂ ਦਾ ਖਜ਼ਾਨਾ,
ਪਰ ਪ੍ਰਗਟ ਨਹੀਂ ਨਾ। ਪ੍ਰਗਟ ਬਹੁਤ ਘੱਟ ਲੋਕਾਂ ਦੇ ਵਿੱਚ ਹੈ। ਸੱਚ ਹੈ ਸਾਰਿਆਂ ਦੇ ਅੰਦਰ, ਪਰ ਪ੍ਰਗਟ ਕੁਝ ਘੱਟ ਲੋਕਾਂ ਨੇ ਕੀਤਾ ਹੈ, ਬੋਲਿਆ ਬਹੁਤ ਘੱਟ ਲੋਕਾਂ ਨੇ, ਅਪਣਾਇਆ ਘੱਟ ਲੋਕਾਂ ਨੇ ਹੈ। ਇੱਥੇ ਪ੍ਰਗਟ ਦਾ ਮਤਲਬ ਅਪਣਾਉਣਾ। ਜਿਨ੍ਹਾਂ ਨੇ ਅਪਣਾਇਆ ਉਹਨਾਂ ਦੇ ਅੰਦਰ ਪ੍ਰਗਟ ਹੈ, ਪਤਾ ਹੈ ਕਿ ਸੱਚ ਬੋਲਦਾ ਬੰਦਾ, ਉਹਦੀ ਇਮੇਜ ਬਣ ਜਾਂਦੀ ਹੈ ਇਹਨਾਂ ਦੀ। ਜਿਨ੍ਹਾਂ ਦੇ ਅੰਦਰ ਨਿਰਭੈਤਾ ਨਿਰਵੈਰਤਾ ਹੈ, ਪ੍ਰਗਟ ਹੈ, ਉਹ ਨਿਰਭਉਰ ਨਿਰਵੈਰ ਵਾਲੀ ਜ਼ਿੰਦਗੀ ਜੀ ਰਹੇ ਨੇ। ਪ੍ਰੇਮ ਪ੍ਰਗਟ ਹੈ ਨਾ, ਕਈ ਲੋਕਾਂ ਦੇ ਅੰਦਰ ਪ੍ਰਗਟ ਹੈ, ਉਹ ਸਾਰਿਆਂ ਦੇ ਨਾਲ ਬੜੇ ਪਿਆਰ ਨਾਲ ਬੋਲਦੇ ਨੇ, ਉਹਨਾਂ ਦਾ ਵਤੀਰਾ ਹੀ ਪਿਆਰ ਵਾਲਾ ਹੈ, ਪ੍ਰਗਟ ਹੈ। ਹੁਣ ਇਹ ਗੁਣ ਹੈ ਸਾਡੇ ਸਾਰਿਆਂ ਵਿੱਚ ਨੇ, ਪਰ ਅਸੀਂ ਪ੍ਰਗਟ ਨਹੀਂ ਨਾ ਕੀਤੇ, ਅਸੀਂ ਇਹਨਾਂ ਨੂੰ ਯੂਜ਼ ਨਹੀਂ ਕੀਤਾ, ਅਮਲ ਵਿੱਚ ਨਹੀਂ ਲਿਆਂਦਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਬੰਦੇ ਦੀ ਕਦੇ ਆਤਮਿਕ ਮੌਤ ਨਹੀਂ ਹੁੰਦੀ ਜਿਹਦੇ ਹਿਰਦੇ ਵਿੱਚ ਇਹ ਗੁਣ ਪ੍ਰਗਟ ਹੋ ਜਾਂਦੇ ਨੇ, ਯਾਨੀ ਜੋ ਇਹਨਾਂ ਗੁਣਾਂ ਤੇ ਅਮਲ ਕਰਦਾ ਹੈ, ਇੰਪਲੀਮੈਂਟ ਕਰ ਲੈਂਦਾ ਇਹਨਾਂ ਗੁਣਾਂ ਨੂੰ, ਉਹਦੀ ਕਦੇ ਜ਼ਮੀਰ ਨਹੀਂ ਮਰਦੀ, ਇਨਸਾਨੀਅਤ ਨਹੀਂ ਮਰਦੀ। ਉਹਦੀ ਫਿਰ ਨਿਸ਼ਾਨੀ ਕੀ ਹੈ? ਆਠ ਪਹਿਰ ਹਰ ਕਾ ਨਾਮ ਲੈ ਦਾ ਮਤਲਬ ਲੈਂਦਾ ਹੈ, ਅੱਠ ਪਹਿਰ ਦਾ ਮਤਲਬ ਅੱਠੇ ਪਹਿਰ, ਨਾਮ ਦਾ ਮਤਲਬ ਰੱਬ ਦਾ ਹੁਕਮ। ਅੱਠੇ ਪਹਿਰ ਉਹ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਂਦਾ ਹੈ। ਅੱਠੇ ਪਹਿਰ ਉਹ ਰੱਬ ਦੇ ਗੁਣਾਂ ਦਾ ਧਾਰਨੀ ਹੈ। ਕੋਈ ਵੀ ਐਸਾ ਪਲ ਨਹੀਂ ਜਦੋਂ ਉਹ ਹੁਕਮ ਤੋਂ ਬਾਹਰ ਜ਼ਿੰਦਗੀ ਜੀ ਰਿਹਾ ਹੋਵੇ। ਕੋਈ ਪਲ ਐਸਾ ਨਹੀਂ ਜਦੋਂ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਔਗਣ ਹੋਣ। ਉਹ ਹਰ ਪਲ ਰੱਬ ਦੀ ਸਿਫਤ ਸਲਾਹ ਕਰਦਾ ਹੈ, ਰੱਬ ਦੇ ਗੁਣ ਗਾਉਂਦਾ ਹੈ, ਗੁਣਾਂ ਦਾ ਧਾਰਨੀ ਹੈ, ਗੁਣਾਂ ਬਾਰੇ ਸੋਚਦਾ ਹੈ, ਗੁਣਾਂ ਬਾਰੇ ਬੋਲਦਾ ਹੈ, ਗੁਣਾਂ ਵਾਲਾ ਵਿਹਾਰ ਕਰਦਾ ਹੈ। ਰੱਬ ਦੀ ਰਜ਼ਾ ਭਾਣੇ ਬਾਰੇ ਹੀ ਸੋਚਦਾ ਹੈ, ਰਜ਼ਾ ਵਿੱਚ ਹੀ ਸੋਚਦਾ ਹੈ, ਰਜ਼ਾ ਦੇ ਬੋਲ ਬੋਲਦਾ ਹੈ, ਰਜ਼ਾ ਵਾਲਾ ਵਿਹਾਰ ਕਰਦਾ ਹੈ। ਇਹ ਉਹਦੀ ਨਿਸ਼ਾਨੀ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ। ਸੱਚ ਉਪਦੇਸ਼ ਸੇਵਕ ਕੋ ਦੇ, ਤੇ ਜੋ ਉਹਦਾ ਸੇਵਕ ਹੈ, ਸੇਵਕ ਦਾ ਮਤਲਬ ਜੋ ਸੰਗੀ ਸਾਥੀ ਨੇ, ਉਹਨਾਂ ਨੂੰ ਇਹ ਸੱਚਾ ਉਪਦੇਸ਼ ਦਿੰਦਾ। ਜੋ ਗੁਰੂ ਦਾ ਸਿੱਖ ਹੈ ਨਾ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ, ਜਿਹਦੇ ਬਾਰੇ ਆਪਾਂ ਪਿੱਛੇ ਵਿਚਾਰ ਕਰ ਰਹੇ ਹਾਂ, ਰੱਬ ਦੇ ਸੇਵਕ ਦੀ ਗੱਲ, ਕਿ ਜੋ ਇਹਨਾਂ ਗੁਣਾਂ ਦਾ ਆਨੰਦ ਮਾਣਦਾ ਹੈ, ਜਿਹਦੇ ਅੰਦਰ ਇਹ ਗੁਣਾਂ ਦਾ ਖਜ਼ਾਨਾ ਪ੍ਰਗਟ ਹੈ, ਜਿਹਨੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਹੈ, ਜੋ ਗੁਰੂ ਤੋਂ ਕੁਰਬਾਨ ਜਾਂਦਾ ਹੈ, ਜੋ ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾ ਲੈਂਦਾ ਹੈ, ਤੇ ਅੱਗੋਂ ਜਿਹੜੇ ਉਹਦੇ ਸੰਗੇ ਸਾਥੀ ਨੇ ਉਹਨਾਂ ਨੂੰ ਵੀ ਸੱਚ ਦਾ ਹੀ ਉਪਦੇਸ਼ ਕਰਦਾ ਵੀ ਤੁਸੀਂ ਪਿਆਰਿਓ ਸੱਚੀ ਜ਼ਿੰਦਗੀ ਜੀਵੋ, ਗੁਰੂ ਦੀ ਬਾਣੀ ਆਪ ਪੜ੍ਹੋ, ਗੁਰਬਾਣੀ ਦੀ ਵਿਚਾਰ ਕਰੋ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ। ਉਹ ਅੱਗੇ ਵੀ ਇਹ ਉਪਦੇਸ਼ ਕਰਦਾ ਹੈ। ਉਹ ਇਹ ਉਪਦੇਸ਼ ਨਹੀਂ ਕਰਦਾ ਵੀ ਤੁਸੀਂ ਮੇਰੇ ਨਾਲ ਜੁੜ ਜਾਓ। ਉਹ ਆਪਣਾ ਡੇਰਾ ਵੱਖਰਾ ਬਣਾ ਕੇ ਨਹੀਂ ਬਹਿ ਜਾਂਦਾ, ਉਹ ਆਪਣੀ ਵੱਖਰੀ ਮਰਿਆਦਾ ਨਹੀਂ ਬਣਾ ਲੈਂਦਾ, ਉਹ ਆਪਣਾ ਵੱਖਰਾ ਰਾਹ ਪੈਦਾ ਨਹੀਂ ਕਰਦਾ, ਸਗੋਂ ਗੁਰੂ ਦੇ ਨਾਲ ਜੋੜਦਾ ਹੈ, ਰੱਬ ਦੇ ਨਾਲ ਜੋੜਦਾ ਹੈ। ਉਹ ਇਹ ਉਪਦੇਸ਼ ਕਰਦਾ ਵੀ ਰੱਬੀ ਰਜ਼ਾ ਦੇ ਵਿੱਚ ਤੁਰੋ, ਮੈਂ ਵੀ ਰੱਬੀ ਰਜ਼ਾ ਵਿੱਚ ਤੁਰਿਆ ਵਾਂ, ਤੁਸੀਂ ਵੀ ਰੱਬੀ ਰਜ਼ਾ ਦੇ ਵਿੱਚ ਤੁਰੋ। ਉਹਦੀ ਬੋਲ ਬਾਣੀ ਐਸੀ ਹੋਏਗੀ, ਉਹਦੇ ਅੰਦਰ ਵਖਰੇਵਾ ਨਹੀਂ ਹੋਏਗਾ। ਤੇ ਜਿਹੜਾ ਵਖਰੇਵਾ ਪੈਦਾ ਕਰ ਲਵੇ, ਸਮਝ ਲਓ ਉਹ ਪ੍ਰਭੂ ਦਾ ਸੇਵਕ ਨਹੀਂ। ਜਿੰਨੇ ਵੀ ਵਖੇਵੇਂ ਪੈਦਾ ਹੋਏ ਨੇ ਉਹ ਸਾਡੀ ਆਪਣੀ ਈਗੋ ਕਰਕੇ ਹੋਏ ਨੇ। ਵੱਖਰੀਆਂ ਵੱਖਰੀਆਂ ਮਰਿਆਦਾਵਾਂ ਸਾਹਮਣੇ ਹੈ ਨਾ, ਕਿ ਆਪਣੀ ਵੱਖਰੀ ਵੱਖਰੀ ਮਰਿਆਦਾ, ਤੇ ਉਹ ਵੱਖਰਾ ਇੱਕ ਵਖੇਵਾ ਹੋ ਗਿਆ ਨਾ। ਗੁਰੂ ਨਾਨਕ ਦੇਵ ਨੇ ਤਾਂ ਇੰਨੀਆਂ ਮਰਿਆਦਾ ਨਹੀਂ ਦਿੱਤੀਆਂ ਹੋਣੀਆਂ। ਜੇ ਆਪਾਂ ਠਰਮੇ ਨਾਲ ਸੋਚੀਏ ਵੀ ਗੁਰੂ ਨਾਨਕ ਦੇਵ ਨੇ ਕਿਸੇ ਨੂੰ ਕੁਛ ਕਿਹਾ ਹੋਏ ਵੀ ਤੂੰ ਇੰਜ ਕਰ ਲੈ, ਤੂੰ ਦੂਜੇ ਨੂੰ ਕਿਹਾ ਹੋਏ ਤੂੰ ਇੰਜ, ਤੇ ਉਹ ਦੋਵੇਂ ਇੱਕ ਦੂਜੇ ਦੇ ਉਲਟ ਹੋਣ, ਐਵੇਂ ਤੇ ਨਹੀਂ ਨਾ ਹੋ ਸਕਦਾ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਵਾਸਤੇ ਵੱਖਰਾ ਉਪਦੇਸ਼ ਤੇ ਤੁਹਾਡੇ ਲਈ ਵੱਖਰਾ ਉਪਦੇਸ਼ ਥੋੜਾ ਦੇ ਰਹੇ ਨੇ। ਇਹਦਾ ਮਤਲਬ ਜਿਹੜੇ ਵਖੇਵੇਂ ਨੇ ਉਹ ਸਾਡੇ ਆਪਣੇ ਨੇ ਨਾ। ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨਾ ਲੇਪ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਐਸਾ ਪੁਰਖ ਹੈ ਨਾ ਰੱਬ ਦੇ ਨਾਲ ਜੁੜਿਆ, ਉਹ ਮਾਇਆ ਦੇ ਮੋਹ ਦੇ ਵਿੱਚ ਲਿਪਾਏਮਾਨ ਨਹੀਂ ਹੈ। ਮਾਇਆ ਦਾ ਮੋਹ ਪਕੜ ਤੇ ਮਾਇਆ ਦੀ ਐਕਸਪਲੇਨੇਸ਼ਨ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਹਨੂੰ ਐਕਸਪਲੇਨ ਕਿਵੇਂ ਕਰਾਂਗੇ, ਉਹਦੀ ਇੰਟਰਪ੍ਰੀਟੇਸ਼ਨ ਕੀ ਕਰਾਂਗੇ। ਹੁਣ ਇਹ ਅਸੀਂ ਗੱਲਾਂ ਰੋਜ਼ ਕਰ ਰਹੇ ਹਾਂ ਆਪਸ ਵਿੱਚ ਸਾਰੇ ਭੈਣ ਭਰਾ, ਕਿ ਮਾਇਆ ਸ਼ਬਦ ਤਾਂ ਬਾਣੀ ਚੋਂ ਲੈ ਲਿਆ ਤੇ ਉਹਦੀ ਵਿਆਖਿਆ ਕਿਸੇ ਹੋਰ ਧਰਮ ਵਾਲੀ ਕਰ ਦਿੱਤੀ, ਤਾਂ ਫਿਰ ਗੁਰਬਾਣੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਵੀ ਅਸੀਂ ਮਨਮਤ ਦਾ ਪ੍ਰਚਾਰ ਕਰਨ ਵਾਲੇ ਹੋ ਗਏ ਨਾ, ਕਿਉਂਕਿ ਇੰਟਰਪ੍ਰੀਟੇਸ਼ਨ ਅਸੀਂ ਕਿਹਦੀ ਕਰ ਰਹੇ ਹਾਂ। ਇਸ ਲਈ ਅਸੀਂ ਮਾਇਆ ਨੂੰ ਜਾਂ ਜਿਹੜਾ ਵੀ ਸ਼ਬਦ ਲੈਣਾ ਹੈ,
ਉਹਦੀ ਵਿਆਖਿਆ ਗੁਰਬਾਣੀ ਅਨੁਸਾਰ ਕਰਨੀ ਹੈ। ਗੁਰਬਾਣੀ ਚੋਂ, ਗੁਰਬਾਣੀ ਵਿੱਚ ਮਾਇਆ ਕਿਹਨੂੰ ਕਿਹਾ ਗਿਆ ਹੈ? ਇਹ ਮਾਇਆ, ਬੋਲੋ ਸਾਰੇ, ਇਹ ਮਾਇਆ ਅੱਗੇ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਹੈ ਨਾ, ਕਿ ਇਹ ਮਾਇਆ ਉਹ ਸੋਚ ਹੈ ਸਾਡੀ, ਜਿਹੜੀ ਸੋਚ ਸਾਨੂੰ ਰੱਬ ਦੇ ਨਾਲੋਂ ਤੋੜਦੀ ਹੈ। ਇੱਕ ਦੂਜੇ ਨਾਲ ਅਸੀਂ ਰੱਬ ਵਾਲਾ ਵਿਹਾਰ ਨਹੀਂ ਕਰਦੇ, ਉਹ ਸੋਚ ਸਾਡੀ ਮਾਇਆ ਹੈ। ਜੋ ਸਾਨੂੰ ਸੈਲਫਿਸ਼ ਬਣਾ ਰਹੀ ਹੈ ਉਹ ਸੋਚ ਮਾਇਆ ਹੈ। ਜਿਹੜੀ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਦ્વੈਤ ਪੈਦਾ ਕਰਦੀ ਉਹ ਸੋਚ ਮਾਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਸੇਵਕ ਹੈ ਉਹ ਇਸ ਮਾਇਆ ਵਾਲੀ ਸੋਚ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ, ਇਹਦੇ ਤੋਂ ਨਿਰਲੇਪ ਹੈ, ਉਹ ਅਲੇਪ ਹੈ, ਉਹ ਇਹ ਸੋਚ ਦੇ ਨਾਲ ਨਹੀਂ ਜੁੜਿਆ ਹੋਇਆ। ਸਗੋਂ ਮਨ ਮਹਿ ਰਾਖੈ, ਰਾਖੇ ਨਹੀਂ ਬੋਲਣਾ, ਰਾਖੈ, ਮਨ ਮਹਿ ਰਾਖੈ ਹਰ ਹਰ ਏਕ, ਉਹ ਆਪਣੇ ਮਨ ਦੇ ਅੰਦਰ ਸਦਾ ਇੱਕ ਰੱਬ ਨੂੰ ਟਿਕਾਉਂਦਾ ਹੈ। ਉਹਦੀ ਵਿਚਾਰ ਵਿੱਚ ਇਹ ਟਿਕਿਆ ਹੋਇਆ ਹੈ ਕਿ ਇੱਕ ਹੀ ਰੱਬ ਹੈ ਸਾਰਿਆਂ ਦੇ ਅੰਦਰ, ਇੱਕ ਹੀ ਰੱਬ ਹੈ ਸਾਰੇ ਸੰਸਾਰ ਦਾ, ਵੱਖਰੇ ਵੱਖਰੇ ਰੱਬ ਨਹੀਂ ਹਨ। ਉਹਨੂੰ ਇਹ ਸਮਝ ਹੈ ਕਿ ਇੱਕ ਹੀ ਸਮਾਇਆ ਹੋਇਆ ਹੈ, ਸਭੈ ਘਟ ਰਾਮ ਬੋਲੇ, ਇੱਕ ਹੀ ਫੈਲਿਆ ਹੋਇਆ ਹੈ, ਇੱਕ ਓੰਕਾਰ ਹੈ। ਉਹਦੀ ਭਾਵਨਾ ਐਸੀ ਹੈ ਤੇ ਫਿਰ ਐਸੀ ਭਾਵਨਾ ਵਾਲਾ ਹੀ ਉਹਦਾ ਵਿਹਾਰ ਹੁੰਦਾ ਹੈ। ਅੰਧਕਾਰ ਦੀਪਕ ਪ੍ਰਗਾਸੇ, ਹੁਣ ਜਿਵੇਂ ਦੀਵਾ ਜਗਾਈਏ ਤੇ ਹਨੇਰੇ ਦੇ ਅੰਦਰ ਚਾਨਣ ਹੋ ਜਾਂਦਾ ਨਾ, ਅੰਧਕਾਰ, ਇੱਥੇ ਵਿਸ਼ਰਾਮ ਲਗਾਵਾਂਗੇ। ਅੰਧਕਾਰ ਦੀਪਕ ਪ੍ਰਗਾਸੇ, ਜਿਵੇਂ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੋ ਜਾਂਦਾ ਹੈ। ਲਾਈਟ ਔਨ ਕਰੋ, ਹਨੇਰਾ ਖਤਮ, ਹਨੇਰੇ ਨੂੰ ਤੇ ਭਾਜਣਾ ਪੈ ਜਾਣੀ, ਉਹਨੇ ਪਤਾ ਵੀ ਲੱਗਣਾ ਹਨੇਰਾ ਗਿਆ ਕਿੱਥੇ। ਦੀਵਾ ਜਗਾਉਂਦਿਆਂ ਹੀ ਹਨੇਰਾ ਖਤਮ। ਨਾਨਕ ਪਰਮ ਮੋਹ ਦੁੱਖ ਤਹਿ ਤੇ ਨਾਸੇ, ਨਾਨਕ ਤੇ ਵਿਸਰਾਮ ਲਗਾਵਾਂਗੇ, ਦੂਜਾ ਵਿਸਰਾਮ ਦੁੱਖ ਤੇ ਲਗਾਵਾਂਗੇ। ਨਾਨਕ ਪਰਮ ਮੋਹ ਦੁੱਖ ਤਹਿ ਤੇ ਨਾਸੇ, ਹੀ ਨਾਨਕ ਇਸੇ ਤਰ੍ਹਾਂ ਭੁਲੇਖੇ, ਭਰਮ ਦਾ ਮਤਲਬ ਭੁਲੇਖੇ, ਮੋਹ, ਸੈਲਫਿਸ਼ਨੈਸ, ਔਰ ਇਹਨਾਂ ਤੋਂ ਪੈਦਾ ਹੋਏ ਜਿੰਨੇ ਵੀ ਦੁੱਖ ਨੇ ਸਾਰੇ ਉੱਥੋਂ ਨਸ ਜਾਂਦੇ ਨੇ। ਦੀਵਾ ਜਗਾਉਂਦਿਆਂ ਹੀ ਜਿਵੇਂ ਚਾਨਣ ਹੋ ਜਾਂਦਾ ਹੈ, ਹਨੇਰਾ ਮਿਟ ਜਾਂਦਾ ਹੈ, ਇਸੇ ਤਰ੍ਹਾਂ ਸੱਚ ਦੀ ਸਮਝ ਹੁੰਦਿਆਂ ਹੀ, ਗੁਰੂ ਦੇ ਗਿਆਨ ਦੇ ਧਾਰਨੀ ਹੁੰਦਿਆਂ ਹੀ, ਜਦੋਂ ਗੁਰੂ ਦਾ ਗਿਆਨ ਅੰਦਰ ਜਗਦਾ ਹੈ, ਸਮਝ ਆਉਂਦੀ ਹੈ, ਕਾਮਨ ਸੈਂਸ ਪੈਦਾ ਹੁੰਦੀ ਹੈ, ਵਿਵੇਕ ਬੁੱਧੀ ਹੈ, ਅੰਦਰ ਗੁਰੂ ਦੀ ਪਾਵਨ ਬਾਣੀ ਟਿਕਦੀ ਹੈ। ਜਦੋਂ ਰੱਬ ਦੇ ਗੁਣ ਅੰਦਰ ਟਿਕਦੇ ਨੇ ਤਾਂ ਭਟਕਣਾ ਮਿਟ ਜਾਂਦੀ ਹੈ, ਭੁਲੇਖੇ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਭੁਲੇਖਾ ਰਹਿੰਦਾ ਹੀ ਨਹੀਂ। ਹੁਣ ਸਾਨੂੰ ਭੁਲੇਖਾ ਹੈ ਨਾ ਕਿ ਅਸੀਂ ਵੱਖਰੇ ਹਾਂ ਰੱਬ ਤੋਂ, ਰੱਬ ਸਾਡੇ ਤੋਂ ਵੱਖਰਾ ਹੈ, ਉਦੋਂ ਫਿਰ ਭੁਲੇਖਾ ਖਤਮ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ ਕਿ ਮੈਂ ਸੋਨਾ ਹੀ ਹਾਂ। ਜੇ ਛਾਪ ਇੱਕ ਹੈ ਕਿ ਮੈਂ ਵੱਖਰੀ ਹਾਂ ਸੋਨੇ ਤੋਂ, ਮੈਂ ਤੇ ਛਾਪ ਹਾਂ, ਮੈਂ ਤੇ ਛੱਲਾ ਹਾਂ, ਮੈਂ ਤੇ ਜੰਜੀਰ ਹਾਂ, ਇਹ ਨਾਮ ਨੇ, ਹੈ ਤੇ ਸੋਨਾ ਹੀ ਨਾ, ਸੋਨੇ ਨੂੰ ਹੀ ਨਾਮ ਦਿੱਤੇ ਨੇ। ਇਹ ਸਮਝ ਪੈ ਜਾਂਦੀ ਹੈ ਕਿ ਜੇ ਡਿਜ਼ਾਈਨ 1000 ਕਿਸਮ ਦਾ ਬਣਾ ਦਿੱਤਾ ਨਾ, ਛਾਪਾਂ ਦਾ, ਛੱਲਿਆਂ ਦਾ, ਤਾਂ ਸੋਨਾ 1000 ਕਿਸਮ ਦਾ ਨਹੀਂ ਹੋਇਆ, ਸੋਨਾ ਹੀ ਹੈ ਉਹ। ਇਸ ਤਰ੍ਹਾਂ ਭਰਮ ਮੁੱਕ ਜਾਂਦਾ ਹੈ ਕਿ ਮੈਂ ਰੱਬ ਦੇ ਨਾਲੋਂ ਵੱਖਰਾ। ਸਮਝ ਆ ਜਾਂਦੀ ਹੈ ਕਿ ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ ਤੇ ਮੈਂ ਉਹਦੀ ਹੀ ਇੱਕ ਲਹਿਰ ਹਾਂ। ਭਰਮ ਮਿਟ ਜਾਂਦੇ ਨੇ। ਇਹ ਭਰਮ ਮਿਟ ਜਾਂਦਾ ਹੈ ਕਿ ਉੱਚੀ ਜਾਤ ਦਾ ਕੋਈ ਨੀਵੀਂ ਜਾਤ ਦਾ, ਇਹ ਭਰਮ ਮਿਟ ਜਾਂਦੇ ਨੇ। ਮੋਹ ਖਤਮ ਹੋ ਜਾਂਦਾ ਹੈ, ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ। ਫਿਰ ਸਮਝ ਆਉਂਦੀ ਹੈ ਨਾ ਕਿ ਮੇਰਾ ਆਪਣਾ ਆਪਾ ਹੀ ਦੂਜਿਆਂ ਵਿੱਚ ਹੈ, ਦੂਜੇ ਵੀ ਸਾਰੇ ਮੇਰੇ ਭੈਣ ਭਰਾ ਨੇ, ਅਸੀਂ ਸਾਰੇ ਇੱਕ ਸਾਂਝੇ ਇੱਕ ਪਿਤਾ ਦੇ ਬੱਚੇ ਹਾਂ, ਸਾਡਾ ਸਾਰਿਆਂ ਦਾ ਸਾਂਝਾ ਇੱਕ ਪਰਿਵਾਰ ਹੈ। ਤੇ ਜਦੋਂ ਭਰਮ ਔਰ ਮੋਹ ਖਤਮ ਹੋ ਗਏ, ਸੈਲਫਿਸ਼ਨੈਸ ਮੁੱਕ ਗਈ, ਭੁਲੇਖੇ ਮੁੱਕ ਗਏ, ਅਗਿਆਨਤਾ ਦਾ ਹਨੇਰਾ ਮੁੱਕ ਗਿਆ, ਵਿਕਾਰ ਖਤਮ ਹੋ ਗਏ, ਦੁੱਖ ਆਟੋਮੈਟਿਕਲੀ ਖਤਮ ਹੋ ਜਾਣ। ਦੁੱਖ ਤੇ ਹੈ ਹੀ ਇਹਨਾਂ ਕਰਕੇ ਸਨ। ਦੁੱਖਾਂ ਦੀ ਹੋਂਦ ਆਪਣੀ ਥੋੜਾ ਕੋਈ, ਸੁੱਖਾਂ ਦੀ ਅਣਹੋਂਦ ਦਾ ਨਾਮ ਦੁੱਖ ਹੈ। ਅਵਗੁਣਾਂ ਦੀ ਅਣਹੋਂਦ ਨਹੀਂ, ਗੁਣਾਂ ਦੀ ਅਣਹੋਂਦ ਦਾ ਨਾਮ ਅਵਗੁਣ ਨੇ। ਤੇ ਜਿੱਥੇ ਸੱਚ ਆ ਗਿਆ, ਦਇਆ ਆ ਗਈ, ਧਰਮ ਆ ਗਿਆ, ਭਰਮ ਖਤਮ ਹੋ ਗਏ, ਮੋਹ ਖਤਮ ਹੋ ਗਿਆ, ਦੁੱਖ ਆਟੋਮੈਟਿਕਲੀ ਖਤਮ ਹੋ ਜਾਣੇ ਨੇ। ਇਸ ਲਈ ਸਾਨੂੰ ਦੁੱਖਾਂ ਨੂੰ ਖਤਮ ਕਰਨ ਵਾਸਤੇ ਸੋਚਣ ਦੀ ਲੋੜ ਨਹੀਂ ਹੈ। ਵਿਕਾਰਾਂ ਨੂੰ ਕਿਵੇਂ ਖਤਮ ਕਰਨਾ ਹੈ ਇਹ ਸੋਚਣ ਵਾਸਤੇ ਲੋੜ ਨਹੀਂ ਹੈ। ਲੋੜ ਇਹ ਹੈ ਕਿ ਅਸੀਂ ਗੁਣਾਂ ਦੇ ਧਾਰਨੀ ਕਿਵੇਂ ਹੋਣਾ, ਅਸੀਂ ਦੀਵਾ ਕਿਵੇਂ ਜਗਾਉਣਾ। ਸਾਡੀ ਪ੍ਰੋਬਲਮ ਇਹ ਹੈ।
ਹਨੇਰਾ ਦੂਰ ਕਿਵੇਂ ਕਰਨਾ? ਜੇ ਐਵੇਂ ਸੋਚਦੇ ਰਹੋਗੇ ਤੇ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਜੇ ਇਹ ਸੋਚੋ ਵੀ ਦੀਵਾ ਕਿਵੇਂ ਜਗਾਣਾ, ਦੀਵਾ ਕਿੱਥੋਂ ਮਿਲੇਗਾ, ਲਾਈਟ ਦਾ ਸਵਿਚ ਕਿੱਥੇ ਹੈ, ਤੇ ਸਵਿਚ ਔਨ ਕਰ ਦਿਓ, ਬਸ ਹਨੇਰਾ ਆਪੇ ਖਤਮ ਹੋ ਜਾਏਗਾ। ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰ ਲਓ, ਦੁੱਖ ਆਪੇ ਖਤਮ ਹੋ ਜਾਣਗੇ। ਪ੍ਰੇਮ ਪੈਦਾ ਕਰ ਲਓ, ਗੁੱਸਾ ਆਪੇ ਖਤਮ ਹੋ ਜਾਏਗਾ। ਦਇਆ ਪੈਦਾ ਕਰ ਲਓ, ਕੁਦਇਆ ਆਪੇ ਖਤਮ ਹੋ ਜਾਏਗੀ। ਜ਼ਮੀਰ ਜਗਾ ਲਓ, ਆਤਮਕ ਮੌਤ ਆਪ ਮੁੱਕ ਜਾਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਉਸ ਜ਼ਿੰਦਗੀ ਦੇ ਵਿੱਚੋਂ ਭਰਮ, ਮੋਹ, ਦੁੱਖ ਆਦਿਕ ਜਿਹੜੇ ਨੇ ਉਹ ਨਸ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਤਪਤ ਮਾਹੇ ਠਾਂਡ ਵਰਤਾਈ, ਇੱਥੇ ਲਿਖਿਆ ਹੈ ਠਾੜ, ਲੇਕਿਨ ਇੱਥੇ ਠਾਂਡ ਪੜਾਂਗੇ ਬਿੰਦੀ ਲਗਾ ਕੇ। ਤਪਤ ਮਾਹੇ ਇੱਥੇ ਵਿਸਰਾਮ ਲਾਵਾਂਗੇ। ਤਪਤ ਮਾਹੇ ਠਾਂਡ ਵਰਤਾਈ, ਠਾਂਡ ਦਾ ਮਤਲਬ ਠੰਡਕ, ਤਪਤ ਦਾ ਮਤਲਬ ਤਪਸ਼। ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਕੋਈ ਆਉਂਦਾ ਹੈ ਨਾ, ਤਾਂ ਗੁਰੂ ਦਾ ਜੋ ਸ਼ਬਦ ਉਪਦੇਸ਼ ਹੈ ਉਹ ਤਪਤ ਦੇ ਅੰਦਰ, ਵਿਕਾਰਾਂ ਦੀ ਤਪਤ ਦੇ ਅੰਦਰ ਠੰਡ ਵਰਤਾ ਦਿੰਦਾ ਹੈ। ਯਾਨੀ ਵਿਕਾਰਾਂ ਦੀ ਅੱਗ ਜਿਹੜੀ ਹੈ ਉਹ ਬੁਝ ਜਾਂਦੀ ਹੈ, ਉੱਥੇ ਸ਼ੁਭ ਗੁਣ ਆ ਜਾਂਦੇ ਨੇ ਔਰ ਠੰਡਕ ਵਰਤ ਜਾਂਦੀ ਹੈ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗੁਣਾ ਰਾਹੀਂ। ਤਾਂ ਇਹਦਾ ਮਤਲਬ ਜੇ ਕਿਤੇ ਸਾਡੀ ਜ਼ਿੰਦਗੀ ਵਿੱਚ ਦੁੱਖ ਜਾਂ ਅਸ਼ਾਂਤੀ ਹੈ ਨਾ, ਤੇ ਅਸੀਂ ਉਹਨੂੰ ਠੰਡਕ ਦੇ ਅੰਦਰ ਕਨਵਰਟ ਕਰਨਾ ਚਾਹੁੰਦੇ ਹਾਂ, ਤਾਂ ਆਪਣੇ ਅੰਦਰ ਗੁਣ ਪੈਦਾ ਕਰ ਲੈਣੇ ਚਾਹੀਦੇ ਨੇ। ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦਿਓ, ਆਟੋਮੈਟਿਕਲੀ ਅੰਦਰ ਠੰਡਕ ਵਰਤ ਜਾਏਗੀ, ਅੰਦਰ ਵਿਕਾਰਾਂ ਦੀ ਅੱਗ ਬੁਝ ਜਾਏਗੀ। ਆਨੰਦ ਭਇਆ ਦੁੱਖ ਨਾਠੇ ਭਾਈ, ਇਹਨੂੰ ਅਨੰਦ ਨਹੀਂ ਪੜਨਾ, ਆਨੰਦ। ਕਿਉਂਕਿ ਗੁਰਬਾਣੀ ਵਿੱਚ ਸਾਨੂੰ ਬਹੁਤ ਥਾਵਾਂ ਤੇ ਨੰਨੇ ਉੱਤੇ ਟਿੱਪੀ ਲੱਗੀ ਹੋਈ ਮਿਲਦੀ ਹੈ, ਆਨੰਦ ਸ਼ਬਦ ਹੈ। ਆਨੰਦ ਭਇਆ, ਜਿਹੜੇ ਆਨੰਦ ਪੜ੍ਹਦੇ ਨੇ ਨਾ, ਉਹਨਾਂ ਦਾ ਪਿੱਛੇ ਵਿਚਾਰ ਹੁੰਦਾ ਹੈ ਕਿ ਅਨਹਦ ਸ਼ਬਦ ਸੁਣਨੇ ਨੇ, ਉਹ ਯੋਗ ਕਿਰਿਆ ਦੇ ਨਾਲ ਕਈ ਵਾਰ ਆਪਣੇ ਆਪ ਨੂੰ ਰਿਲੇਟ ਕਰ ਦਿੰਦੇ ਨੇ। ਇਸ ਲਈ ਇੱਥੇ ਆਨੰਦ, ਆਨੰਦ ਦਾ ਮਤਲਬ ਖੁਸ਼ੀ, ਪ੍ਰਸੰਨਤਾ। ਆਨੰਦ ਭਇਆ, ਸੁਖ ਹੀ ਸੁਖ ਹੋ ਗਿਆ। ਦੁੱਖ ਨਾਠੇ ਭਾਈ, ਹੈ ਮੇਰੇ ਭਰਾਵਾ, ਦੁੱਖ ਨਸ ਗਏ। ਜਦੋਂ ਗੁਰੂ ਦਾ ਸ਼ਬਦ ਸਾਡੇ ਅੰਦਰ ਬਲੇਗਾ, ਗੁਰੂ ਗਿਆਨ ਦਾ ਦੀਵਾ ਜਗੇਗਾ, ਯਾਨੀ ਗੁਣਾਂ ਦੇ ਧਾਰਨੀ ਅਸੀਂ ਹੋਵਾਂਗੇ, ਅੰਦਰ ਸੁਖ ਪੈਦਾ ਹੋ ਜਾਣਗੇ, ਦੁੱਖ ਨਸ ਜਾਣਗੇ। ਜਨਮ ਮਰਨ ਕੇ ਮਿਟੇ ਅੰਦੇਸੇ, ਜਿਹੜੇ ਜਨਮ ਮਰਨ ਦੇ ਅੰਦੇਸ਼ੇ ਨੇ ਨਾ, ਸਾਰੇ ਮਿਟ ਜਾਣਗੇ। ਜਨਮ ਤੋਂ ਲੈ ਕੇ ਮਰਨ ਤੱਕ ਅੰਦੇਸ਼ੇ ਦਾ ਮਤਲਬ ਚਿੰਤਾ, ਫਿਕਰ, ਇਹ ਸਾਰੇ ਮਿਟ ਜਾਣਗੇ। ਕਿ ਮੈਂ ਮਰਨ ਤੋਂ ਬਾਅਦ ਕਿਸੇ ਜੂਨ ਵਿੱਚ ਪੈਣਾ, ਜਾਂ ਇਹ ਸਾਰੇ ਖਤਮ ਹੋ ਜਾਣਗੇ, ਕੋਈ ਚਿੰਤਾ ਨਹੀਂ ਰਹੇਗੀ। ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਦੇ ਚਿੰਤਾਵਾਂ ਮਿਟ ਜਾਣਗੀਆਂ। ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਫਿਕਰ ਮਿਟ ਗਏ, ਪੂਰੇ ਜੀਵਨ ਦੇ ਫਿਕਰ ਮਿਟ ਜਾਣਗੇ, ਚਿੰਤਾਵਾਂ ਮਿਟ ਜਾਣਗੀਆਂ। ਜੀਵਨ ਦੇ ਅੰਦਰ ਫਿਰ ਦੁੱਖ ਨਹੀਂ ਰਹੇਗਾ, ਕਿਉਂਕਿ ਜਦੋਂ ਸੁੱਖ ਪੈਦਾ ਹੋ ਗਿਆ, ਗੁਣ ਆ ਗਏ, ਫਿਰ ਸਾਰੀ ਜ਼ਿੰਦਗੀ ਸੁੱਖ ਹੀ ਸੁੱਖ ਹੈ। ਕਿਵੇਂ ਇਹ ਹੋਇਆ? ਕਿਵੇਂ? ਸਾਧੂ ਕੇ, ਇੱਥੇ ਰੁਕਾਂਗੇ, ਪੂਰਨ ਉਪਦੇਸੇ। ਉਪਦੇਸ਼ ਦਾ ਮਤਲਬ ਉਪਦੇਸ਼, ਤੇ ਸਾਧੂ ਦਾ ਮਤਲਬ ਗੁਰੂ। ਇੱਥੇ ਸਾਧੂ ਦਾ ਮਤਲਬ ਕੋਈ ਡੇਰੇ ਵਾਲਾ, ਚੋਲੇ ਵਾਲਾ ਬਾਬਾ ਨਹੀਂ, ਇਹ ਖਾਸ ਖਿਆਲ ਰੱਖਣਾ ਹੈ। ਇੱਥੇ ਕਿਸੇ ਬਾਬੇ ਦੀ ਗੱਲ ਨਹੀਂ ਹੋ ਰਹੀ, ਗੁਰੂ ਦੀ ਗੱਲ ਹੋ ਰਹੀ। ਕਿਤੇ ਗੁਰੂ ਜੀ ਨੇ ਪਿਛਲੇ ਗੁਰੂ ਕਿਹਾ ਹੈ, ਸਤਿਗੁਰ ਕਿਹਾ ਹੈ, ਇੱਥੇ ਸਾਧੂ ਕਹਿ ਰਹੇ ਨੇ। ਸਾਧੂ ਸ਼ਬਦ ਉਸੇ ਸ਼ਬਦ ਦਾ ਪਰਿਆਇਵਾਚੀ ਹੈ, ਗੁਰੂ ਦਾ। ਸਾਧੂ ਕੇ ਪੂਰਨ ਉਪਦੇਸ਼ੇ, ਗੁਰੂ ਦੇ ਪੂਰਨ ਉਪਦੇਸ਼ ਦਾ ਸਦਕਾ ਐਸਾ ਹੈ। ਯਾਨੀ ਜੇ ਗੁਰੂ ਦੇ ਉਪਦੇਸ਼ ਨੂੰ ਮੰਨਾਂਗੇ ਤਾਂ ਇਹ ਚੀਜ਼ ਵਰਤ ਜਾਏਗੀ, ਬਿਲਕੁਲ ਗਾਰੰਟੀ ਹੈ। ਪਰ ਜੇ ਗੁਰੂ ਦੇ ਉਪਦੇਸ਼ ਦੀ ਬਜਾਏ ਕਿਸੇ ਹੋਰ ਦੀ ਗੱਲ ਮੰਨਾਂਗੇ ਤਾਂ ਉਹਦੀ ਗਾਰੰਟੀ ਨਹੀਂ ਪਾਈ, ਉਹ ਜਾਣੇ ਤੇ ਉਹਦਾ ਕੰਮ ਜਾਣੇ। ਗੁਰੂ ਦੇ ਉਪਦੇਸ਼ ਦੀ ਗਾਰੰਟੀ ਹੈ ਕਿ ਗੁਰੂ ਦੇ ਉਪਦੇਸ਼ ਦੇ ਨਾਲ ਇਹ ਸੁਖ ਸ਼ਾਂਤੀ ਪੈਦਾ ਹੋ ਜਾਏਗੀ। ਸਾਡੀ ਜੋ ਭੁੱਲ ਰਹੀ ਬਹੁਤ ਥਾਵਾਂ ਤੇ, ਅਸੀਂ ਬਾਹਰ ਦੀਆਂ ਪੁਸਤਕਾਂ ਨੂੰ ਐਲਪੀ ਇਹ ਉਹਦੇ ਵਿੱਚ ਲਿਖਿਆ ਹੈ, ਫਲਾਣੇ ਰਾਈਟਰ ਨੇ ਇੰਜ ਲਿਖਿਆ, ਇੰਜ ਲਿਖਿਆ, ਠੀਕ ਉਹਨਾਂ ਦੀ ਸਮਝ ਸੀ, ਜਿਵੇਂ ਉਹਨਾਂ ਨੂੰ ਸਮਝ ਆਈ, ਉਹਨਾਂ ਨੇ ਆਪਣੀ ਸਮਝ ਲਿਖੀ ਹੈ। ਪਰ ਅਸੀਂ ਉਹਨਾਂ ਰਾਈਟਰਾਂ ਦੇ ਚੇਲੇ ਨਹੀਂ ਨਾ ਹੈਗੇ, ਅਸੀਂ ਸਿੱਖ ਕਿਦੇ ਆ? ਗੁਰੂ ਦੇ। ਤੇ ਗੁਰੂ ਕੌਣ ਹੈ? ਬਾਣੀ। ਜੇ ਕਿਤੇ ਕਿਸੇ ਨੂੰ ਭੁਲੇਖਾ ਲੱਗਾ ਹੈ ਤਾਂ ਅਸੀਂ ਉਸ ਭੁਲੇਖੇ ਚੋਂ ਬਾਹਰ ਨਿਕਲਣਾ ਹੈ। ਅਸੀਂ ਗੁਰੂ ਦੇ ਗਿਆਨ ਨੂੰ ਯੂਜ਼ ਕਰਨਾ ਹੈ, ਗੁਰੂ ਦੇ ਗਿਆਨ ਦੀ ਵਰਤੋਂ ਕਰਨੀ ਹੈ, ਗੁਰਬਾਣੀ ਨੂੰ ਗੁਰਬਾਣੀ ਰਾਹੀਂ ਸਮਝਣਾ ਹੈ। ਗੁਰੂ ਦੇ ਪੂਰਨ ਉਪਦੇਸ਼ ਦੇ ਨਾਲ ਇਹ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ। ਤਾਂ ਬੇਨਤੀ ਕਰਾਂ, ਜੇ ਕਿਤੇ
ਕੋਈ ਪ੍ਰੋਬਲਮ ਆਉਂਦੀ ਹੈ ਨਾ ਕਿ ਫਲਾਂ ਬੰਦਾ ਤੇ ਇਹ ਕਹਿ ਰਿਹਾ ਸੀ, ਫਲਾਂ ਬੰਦਾ ਇੰਜ ਕਹਿ ਰਿਹਾ ਸੀ, ਤਾਂ ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਓ ਕਿ ਗੁਰਬਾਣੀ ਦੇ ਵਿੱਚ ਕੀ ਕਿਹਾ ਗਿਆ ਹੈ। ਜੇ ਗੁਰਬਾਣੀ ਦੇ ਨਾਲ ਮੇਰੇ ਵਿਚਾਰ ਤਾਲਮੇਲ ਨਹੀਂ ਖਾਂਦੇ ਤਾਂ ਮੈਨੂੰ ਛੱਡ ਦਿਓ, ਗੁਰਬਾਣੀ ਵਾਲੇ ਵਿਚਾਰਾਂ ਨੂੰ ਅਪਣਾ ਲਓ। ਜੇ ਗੁਰਬਾਣੀ ਨਾਲ ਤਾਲਮੇਲ ਕਿਸੇ ਹੋਰ ਵੀਰ ਦਾ ਵਿਚਾਰ ਨਹੀਂ ਤਾਲਮੇਲ ਵਹਿ ਰਿਹਾ ਤਾਂ ਛੱਡ ਦਿਓ ਉਹਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਮੈਂ ਥੋੜੀ ਹਾਂ ਜਾਂ ਕੋਈ ਹੋਰ ਉੱਚਾ ਥੋੜਾ। ਗੁਰੂ ਮਹਾਨ ਹੈ ਸਾਡਾ ਸਾਰਿਆਂ ਦਾ, ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਸਮਝਣਾ ਹੈ, ਗੁਰਬਾਣੀ ਦੀ ਕਸਵੱਟੀ ਤੇ ਪਰਖਣਾ। ਭਉ ਚੂਕਾ ਇੱਥੇ ਵਿਸਰਾਮ, ਨਿਰਭਉ ਹੋਏ ਬਸੇ, ਸਾਰਾ ਡਰ ਮੁੱਕ ਗਿਆ ਤੇ ਹੁਣ ਨਿਡਰ ਹੋ ਕੇ ਵਸ ਰਹੇ ਹਾਂ। ਜਦੋਂ ਗੁਰੂ ਦੇ ਉਪਦੇਸ਼ ਮੁਤਾਬਕ ਕੋਈ ਜ਼ਿੰਦਗੀ ਜੀਂਦਾ ਨਾ, ਸਾਰੇ ਡਰ ਮੁੱਕ ਜਾਂਦੇ ਨੇ, ਭਉ ਚੂਕਾ ਡਰ ਖਤਮ ਹੋ ਗਿਆ, ਨਿਰਭਉ ਵਸਦੇ ਆ। ਹੁਣ ਕੋਈ ਪ੍ਰੋਬਲਮ ਨਹੀਂ ਕਿ ਜੇ ਸਰਾਧ ਨਾ ਕੀਤਾ ਤੇ ਬਾਪੂ ਖੋਰੇ ਭੂਤ ਬਣ ਕੇ ਰਾਤ ਨੂੰ ਡਰਾਏਗਾ। ਹੁਣ ਜਦੋਂ ਸਮਝ ਆ ਗਈ ਵੀ ਬਾਪੂ ਦੇ ਖਤਮ ਹੋਣ ਤੋਂ ਬਾਅਦ ਕੋਈ ਕਿਰਿਆਕਰਮ ਹੈ ਹੀ ਨਹੀਂ, ਸਰਾਧ ਦਾ ਲੰਗਰ ਅੱਗੇ ਮਿਲਣਾ ਹੀ ਨਹੀਂ, ਤੇ ਡਰ ਹੁਣ ਕਾਹਦਾ, ਭੈ ਹੀ ਖਤਮ ਹੋ ਗਿਆ। ਹੁਣ ਡਰ ਲੱਗ ਰਿਹਾ ਹੈ ਵੀ ਜੇ ਨੀਲਾ ਜਿਹਾ ਧਾਗਾ ਪਿਆ ਇਹ ਤੂੰ ਟੱਪ ਗਿਆ, ਹੁਣ ਸਿਆਪਾ ਨਾ ਕੋਈ ਪੈ ਜਾ, ਭੂਤ ਪ੍ਰੇਤ ਨਾ ਚੰਬੜਦੇ। ਜਦੋਂ ਭੂਤ ਪ੍ਰੇਤ ਹੈ ਹੀ ਨਹੀਂ ਤੇ ਡਰ ਕਾਹਦਾ। ਜਦੋਂ ਪਤਾ ਹੈ ਵੀ ਜੰਤਰ ਮੰਤਰ ਤੰਤਰ ਕੱਖ ਨਹੀਂ, ਜਿੰਨੀਆਂ ਮਰਜ਼ੀ ਗੰਢਾਂ ਧਾਗਿਆਂ ਨੂੰ ਮਾਰੀ ਜਾਓ ਤੇ ਸੁੱਟੀ ਜਾਓ, ਤੇ ਫਿਰ ਧਾਗਿਆਂ ਦਾ ਅੱਗੇ ਢੇਰ ਵੀ ਪਿਆ ਹੋਵੇ ਤੇ ਕੀ ਉੱਥੋਂ ਤੀਲੀ ਲੈ ਕੇ ਬਾਲ ਕੇ ਪਾਸੇ ਕਰੋ, ਜਾਂ ਉਹਨੂੰ ਚੁੱਕ ਕੇ ਪਰੇ ਰੂੜੀ ਤੇ ਸੁੱਟੋ, ਜਾਂ ਜਿੱਥੇ ਵੀ ਉਹਨੂੰ ਖਤਮ ਕਰਨਾ ਖਤਮ ਕਰੋ। ਡਰ ਹੀ ਖਤਮ ਹੋ ਗਿਆ। ਹੁਣ ਡਰ ਹੀ ਨਹੀਂ ਹੈ ਨਾ, ਜਦੋਂ ਪਤਾ ਹੈ ਵੀ ਨਰਕ ਸੁਰਗ ਮਰਨ ਤੋਂ ਬਾਅਦ ਹੈ ਹੀ ਨਹੀਂ, ਤੇ ਹੁਣ ਡਰ ਕਾਹਦਾ। ਨਾ ਤੇ ਡਰ ਕਰਕੇ ਕੰਮ ਕਰਨਾ ਵੀ ਮੈਂ ਨਰਕਾਂ ਵਿੱਚ ਨਾ ਪਾਵਾਂ, ਤੇ ਨਾ ਹੁਣ ਮੈਂ ਕਿਸੇ ਸੁਰਗ ਕਰਕੇ ਤੀਰਥ ਤੇ ਜਾ ਰਿਹਾ ਵੀ ਜੇ ਮੈਂ ਜਾਵਾਂਗਾ ਤੇ ਮੈਨੂੰ ਸੁਰਗ, ਜਦੋਂ ਹੈ ਹੀ ਨਹੀਂ। ਨਾ ਹੁਣ ਲਾਲਚ, ਨਾ ਹੁਣ ਡਰ, ਇਹਨਾਂ ਚੀਜ਼ਾਂ ਤੋਂ ਖਤਮ ਹੋ ਗਏ। ਆਪਣੀ ਜ਼ਿੰਦਗੀ ਹੀ ਸੁਰਗ ਬਣਾ ਲਈ। ਸਗਲ ਬਿਆਦ ਮਨ ਤੇ ਖੈ ਨਸੇ, ਬਿਆਦ ਦਾ ਮਤਲਬ ਰੋਗ, ਖੈ ਦਾ ਮਤਲਬ ਖਤਮ ਹੋ ਗਏ, ਨਸੇ ਦਾ ਮਤਲਬ ਨਸ ਗਏ। ਸਾਰੇ ਰੋਗ ਨਾਸ ਹੋ ਗਏ, ਸਾਰੇ ਰੋਗ ਨਸ ਗਏ। ਕਿਹੜੇ ਰੋਗ? ਜਿੰਨੇ ਵੀ ਆ ਕਾਮ ਕ੍ਰੋਧ ਲੋਭ ਮੋਹ ਸਨ, ਚਿੰਤਾਵਾਂ ਸਨ, ਫਿਕਰ ਸਨ, ਕਿੰਨੇ ਸਾਰੇ ਰੋਗ ਬੰਦੇ ਦੀ ਮਾਨਸਿਕਤਾ ਨੂੰ ਜਕੜੀ ਰੱਖਦੇ ਨੇ, ਇਹ ਸਾਰੇ ਨਸ ਗਏ ਜਦੋਂ ਸੱਚ ਨਾਲ ਜੁੜ ਗਏ, ਦਇਆ ਨਾਲ ਜੁੜ ਗਏ, ਨਿਰਭੈਤਾ ਨਾਲ ਜੁੜ ਗਏ, ਨਿਰਵੈਰਤਾ ਨਾਲ ਜੁੜ ਗਏ। ਸਾਰੇ ਰੋਗ ਈਰਖਾ ਦਵੇਸ਼ ਤੇ ਖਤਮ ਹੋ ਗਏ। ਜਿਸ ਕਾ ਸਾ, ਇੱਥੇ ਵਿਸਰਾਮ ਲਾਵਾਂਗੇ। ਤਿੰਨ ਕਿਰਪਾ ਧਾਰੀ, ਤਿੰਨ ਦਾ ਮਤਲਬ ਉਹਨੇ, ਜਦੋਂ ਤਿੰਨ ਦੇ ਨੰਨੇ ਨਾਲ, ਜਿੰਨ ਦੇ ਨੰਨੇ ਨਾਲ ਸਿਹਾਰੀ ਹੋਵੇ ਤਾਂ ਇੱਕ ਵਚਨੀ ਸ਼ਬਦ ਹੁੰਦਾ ਹੈ। ਜਿਸ ਗੁਰੂ ਦੇ ਬਣੇ ਸਾਂ ਉਹਨੇ ਸਾਡੇ ਤੇ ਕਿਰਪਾ ਕੀਤੀ। ਹੁਣ ਜਿਸ ਗੁਰੂ ਦੇ ਅਸੀਂ ਬਣੇ ਸੀ, ਗੁਰੂ ਨਾਨਕ ਦੇਵ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੇ, ਗੁਰਬਾਣੀ ਅਨੁਸਾਰ ਜਦੋਂ ਅਸੀਂ ਜ਼ਿੰਦਗੀ ਜੀਵੀ, ਗੁਰਬਾਣੀ ਨੂੰ ਅਸੀਂ ਸਮਝਣਾ ਸ਼ੁਰੂ ਕੀਤਾ ਤਾਂ ਗੁਰਬਾਣੀ ਦੀ ਸਾਡੇ ਤੇ ਕਿਰਪਾ ਹੋ ਗਈ ਨਾ, ਸਮਝ ਆ ਗਈ, ਗਿਆਨ ਆ ਗਈ। ਰੱਬ ਨੇ ਜਿੰਨੇ ਰਹਿਮਤ ਕੀਤੀ ਉਹਦੇ ਅਸੀਂ ਜਦੋਂ ਬਣੇ, ਉਹਦੀ ਰਜ਼ਾ ਵਿੱਚ ਤੁਰੇ, ਉਹਨੇ ਕਿਰਪਾ ਕੀਤੀ। ਸਾਧ ਸੰਗ ਜਪ ਨਾਮ ਮੁਰਾਰੀ, ਮੁਰਾਰੀ ਦਾ ਮਤਲਬ ਮੁਰ ਰਾਖਸ਼ ਨੂੰ ਮਾਰਨ ਵਾਲਾ, ਜੋ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਹੈ ਰੱਬ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ, ਜਪ ਦਾ ਮਤਲਬ ਜਾਣਨਾ, ਜਾਣ ਕੇ, ਨਾਮ ਦਾ ਮਤਲਬ ਹੁਕਮ। ਜੋ ਪ੍ਰਭੂ ਦਾ ਹੁਕਮ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਕਰਕੇ, ਗੁਰੂ ਦੇ ਚਰਨਾਂ ਦੀ ਸ਼ਰਨ ਰਾਹੀਂ ਜਦੋਂ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਵੀ ਤਾਂ ਇਹ ਸਾਰੇ ਵਿਕਾਰ ਪਾਪ ਖਤਮ ਹੋ ਗਏ। ਥਿਤ ਪਾਈ, ਚੂਕੇ ਭ੍ਰਮ ਗਵਨ, ਭ੍ਰਮ ਦਾ ਮਤਲਬ ਭਟਕਣਾ, ਗਵਨ ਦਾ ਮਤਲਬ ਜਿਹੜਾ ਭਟਕਣਾ ਹੈ, ਤੇ ਭਰਮ ਦਾ ਮਤਲਬ ਸਾਡੇ ਜੋ ਭੁਲੇਖੇ ਨੇ। ਭਰਮ ਦਾ ਮਤਲਬ ਭਰਮ ਭੁਲੇਖੇ, ਗਵਨ ਦਾ ਮਤਲਬ ਭਟਕਣਾ, ਥਿਤ ਪਾਈ ਦਾ ਮਤਲਬ ਟਿਕਾਓ ਆ ਗਿਆ, ਸ਼ਾਂਤੀ ਆ ਗਈ, ਨਿਹਚਲਤਾ ਪ੍ਰਾਪਤ ਹੋ ਗਈ, ਸੰਦੇਹ ਔਰ ਭਟਕਣ ਮੁੱਕ ਗਏ। ਹੁਣ ਭਟਕਣਾ ਨਹੀਂ ਰਹੀ, ਹੁਣ ਮੰਜ਼ਿਲ ਮਿਲ ਗਈ। ਪਾਣੀ ਨਦੀ ਦਾ ਵਹਿ ਰਿਹਾ ਨਾ ਬੜੀ ਤੇਜ਼ੀ ਨਾਲ, ਦਰਿਆ ਨਾਲ ਜਾ ਰਿਹਾ ਹੈ, ਦਰਿਆ ਤੁਰਿਆ ਜਾ ਰਿਹਾ ਹੈ ਸ਼ੂਕ ਦਾ, ਪਰ ਜਦੋਂ ਹੁਣ ਸਮੁੰਦਰ ਵਿੱਚ ਮਿਲ ਗਿਆ ਤੇ ਭਟਕਣਾ ਖਤਮ ਹੋ ਗਈ, ਹੁਣ ਸਫ਼ਰ ਖਤਮ ਹੋ ਗਿਆ, ਮੰਜ਼ਿਲ ਮਿਲ ਗਈ। ਤਾਂ ਜਦੋਂ ਸਾਡੀ ਸੁਰਤ ਸੱਚ ਦੇ ਵਿੱਚ ਜੁੜ ਗਈ, ਸਮਝ ਆ ਗਈ, ਤਾਂ ਫਿਰ ਜਿਹੜੇ ਆ ਵਿਕਾਰ ਸਨ, ਪਾਪ ਸਨ, ਇਧਰ ਹੁਣ ਸੁਰਤ ਨਹੀਂ ਭਟਕੇਗੀ, ਸ਼ਾਂਤੀ ਮਿਲ ਗਈ, ਟਿਕਾਵ ਮਿਲ ਗਿਆ, ਮੰਜ਼ਿਲ ਮਿਲ ਗਈ। ਸੁਣ ਨਾਨਕ ਹਰ ਹਰ ਜਸ ਰਵਨ, हे ਨਾਨਕ ਪ੍ਰਭੂ ਦਾ ਜਸ ਕੰਨਾਂ ਦੇ ਨਾਲ ਸੁਣ ਔਰ ਕੰਨਾਂ ਦੇ ਨਾਲ ਸਰਵਣ ਕਰਕੇ ਹੀ ਇਹ ਭਟਕਣਾ ਜਿਹੜੀ ਹੈ ਉਹ ਮਿਟ ਸਕਦੀ ਹੈ।